ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੋਤ ਬੰਦਨ ਅਨੇਕ ਬਾਰ। ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਹਰ ਬੇਅੰਤ ਹੋ ਮਿਤ ਕਰ ਵਰਨੋ। ਕਿਆ ਜਾਨਾ ਹੋਏ ਕੈ ਸੋਰੇ। ਕਰਾਓ ਬੇਨਤੀ ਸਤਿਗੁਰ ਆਪਣੇ। ਮੈਂ ਮੂਰਖ ਦੇਹੋ ਉਪਦੇਸੋ ਰੇ। ਤੂੰ ਬੇਅੰਤ ਕੋ ਵਿਰਲਾ ਜਾਣੈ। ਗੁਰ ਪ੍ਰਸਾਦ ਕੋ ਸ਼ਬਦ ਪਛਾਣੈ। ਸੇਵਕ ਕੀ ਅਰਦਾਸ ਪਿਆਰੇ। ਜਪ ਜੀਵਾਂ ਪ੍ਰਭ ਚਰਨ ਤੁਮਾਰੇ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਪੰਚ ਪਰਵਾਣ ਪੰਚ ਪ੍ਰਧਾਨ। ਪੰਚੇ ਪਾਵਹਿ ਦਰਗਹਿ ਮਾਨ। ਪੰਚ ਪਰਵਾਣ ਪੰਚ ਪ੍ਰਧਾਨ। ਪੰਚੇ ਪਾਵਹਿ ਦਰਗਹਿ ਮਾਨ। ਪੰਚੇ ਸੋਹ ਹੈ ਦਰ ਰਾਜਾਨ। ਪੰਚਾ ਕਾ ਗੁਰ ਏਕ ਧਿਆਨ। ਜੇ ਕੋ ਕਹਿ ਕਰੈ ਵਿਚਾਰ। ਕਰਤੇ ਕੈ ਕਰਣੈ ਨਾਹੀ ਸੁਮਾਰ। ਧੌਲ ਧਰਮ ਦਇਆ ਕਾ ਪੂਤ। ਸੰਤੋਖ ਥਾਪ ਰਖਿਆ ਜਿਨ ਸੂਤ। ਜੇ ਕੋ ਬੁੱਝੈ ਹੋਵੈ ਸਚਿਆਰ। ਧਵਲੇ ਉਪਰ ਕੇਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ। ਤਿਸ ਤੇ ਭਾਰ ਤਲੈ ਕਮਣ ਜੋਰ। ਜੀ ਜਾਤ ਰੰਗਾਂ ਕੇ ਨਾਵ। ਸਭਨਾ ਲਿਖਿਆ ਵੁੜੀ ਕਲਾਮ। ਇਹੋ ਲੇਖਾ ਲਿਖ ਜਾਣੈ ਕੋਏ। ਲੇਖਾ ਲਿਖਿਆ ਕੇਤਾ ਹੋਏ। ਕੇਤਾ ਤਾਣ ਸਵਾਲਿਹੋ ਰੂਪ। ਕੇਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਓ ਏਕੋ ਕੁਆਓ। ਤਿਸ ਤੇ ਹੋਏ ਲੱਖ ਦਰਿਆਓ। ਕੁਦਰਤ ਕਮਣ ਕਹਾ ਵਿਚਾਰ। ਵਾਰਿਆ ਨ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ। ਸਤਿਗੁਰੂ ਜੀ ਦੀ ਅਕਾਲੀ ਬਾਣੀ ਦੀ ਲੜੀਵਾਰ ਵਿਚਾਰ ਨੂੰ ਅੱਗੇ ਤੋਰਦਿਆਂ ਹੋਇਆਂ ਆਪ ਜੀ ਨੇ ਸ਼੍ਰੀ ਜਪਜੀ ਸਾਹਿਬ ਬਾਣੀ ਦੀ 16ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਪਿੱਛੇ 4 ਪੌੜੀਆਂ ਵਿੱਚ ਸਤਿਗੁਰੂ ਜੀ ਨੇ ਸਰਵਣ ਕਰਨ ਦਾ ਮਹਾਤਮ ਦੱਸ ਕੇ ਫਿਰ ਮੰਨ ਲੈਣ ਦਾ 4 ਪੌੜੀਆਂ ਵਿੱਚ ਮਹਾਤਮ ਬਿਆਨ ਕੀਤਾ ਹੈ। ਔਰ ਜਿਨ੍ਹਾਂ ਨੇ ਸੁਣ ਕੇ ਤੇ ਮੰਨ ਲਿਆ, ਮਨ 'ਚ ਵਸਾ ਲਿਆ, ਕਮਾਈ ਕੀਤੀ ਹੈ, ਫਿਰ ਉਹ ਕਿਸ ਦਰਜੇ 'ਤੇ ਪਹੁੰਚਦੇ ਹਨ। ਹਜ਼ੂਰ ਕਹਿੰਦੇ ਨੇ ਪੰਚ ਪਰਵਾਣ ਪੰਚ ਪ੍ਰਧਾਨ। ਪੰਚ ਜੋ ਸ਼ਬਦ ਹੈ ਇਹ ਪੰਜਾਂ ਦਾ ਵਾਚਕ ਵੀ ਬਾਣੀ ਵਿੱਚ ਆਇਆ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਇਤਿਆਦਿਕ ਪੰਚ ਵਿਕਾਰ ਮਨ ਮਹਿ ਬਸੇ। ਉੱਥੇ ਵੀ ਪੰਜਾਂ ਦਾ ਵਾਚਕ ਹੈ, ਪੰਜ ਗਿਣਤੀ। ਪਰ ਇੱਥੇ ਸਤਿਗੁਰੂ ਜੀ ਪੰਚ ਦਾ ਅਰਥ ਸ੍ਰੇਸ਼ਟ ਦੇ ਤੌਰ 'ਤੇ ਬਚਨ ਕਰ ਰਹੇ ਨੇ। ਜਿਹੜੇ ਸ੍ਰੇਸ਼ਟ ਮਹਾਤਮਾ ਗੁਣੀ ਜਨ ਹਨ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਮਨ ਵਿੱਚ ਮੰਨਿਆ ਹੈ ਔਰ ਮੰਨ ਕੇ ਧਾਰਨ ਕਰ ਲਿਆ ਅਤੇ ਨਾਮ ਦੀ ਕਮਾਈ ਕਰਨ ਲੱਗ ਪਏ ਹਨ। ਕਮਾਈ ਕਰਦੇ ਕਰਦੇ ਜਗਿਆਸੂ ਤੋਂ ਸਾਧਕ ਬਣ ਕੇ ਸਾਧ ਸੰਤ ਗੁਰਮੁਖ ਬਣ ਗਏ ਨੇ। ਨਗਰਾਂ ਵਿੱਚ ਵੀ ਜਿਹੜੇ ਪੁਰਾਣੇ ਸਮੇਂ 'ਚ ਪਿੰਡਾਂ ਦੇ ਮੁਖੀ ਚੁਣੇ ਜਾਂਦੇ ਸੀ,
ਉਹ ਸ੍ਰੇਸ਼ਟ ਲੋਕਾਂ ਨੂੰ ਚੁਣਿਆ ਜਾਂਦਾ ਸੀ। ਪਿੰਡ ਦੇ ਦਾਨੇ ਲੋਕ, ਸਿਆਣੇ ਲੋਕ ਬੈਠ ਕੇ ਤੇ ਪੰਚਾਂ ਨੂੰ ਚੁਣਦੇ ਸਨ ਵੀ ਇਹ ਸਾਡੇ ਪਿੰਡ ਵਿੱਚ, ਨਗਰ ਵਿੱਚ ਸਭ ਤੋਂ ਸ਼੍ਰੋਮਣੀ ਵਿਅਕਤੀ ਹੈ, ਬਿਨਾਂ ਕਿਸੇ ਪੱਖਪਾਤ ਤੋਂ ਨਿਆਂ ਕਰੇਗਾ, ਇਨਸਾਫ ਕਰੇਗਾ। ਇਸ ਤਰ੍ਹਾਂ ਮੰਨੇ ਪ੍ਰਮੰਨੇ ਲੋਕਾਂ ਨੂੰ ਪੰਚ ਕਿਹਾ ਜਾਂਦਾ ਸੀ। ਇਹ ਵੱਖਰੀ ਗੱਲ ਹੈ ਕਿ ਅੱਜ ਕੱਲ੍ਹ ਦੇ ਸਮਾਜ ਅੰਦਰ ਜੋ ਮਤਦਾਨ ਹੈ, ਵੋਟ ਸਿਸਟਮ ਹੈ, ਲੋਕ ਧੜੇਬੰਦੀ ਵਿੱਚ ਬੱਝੇ ਹੋਏ ਨੇ ਤੇ ਗਿਣਤੀ ਕਈ ਵਾਰੀ ਜ਼ਿਆਦਾ ਨੀਵੇਂ ਦਰਜੇ ਦੇ ਲੋਕਾਂ ਦੀ ਹੋਣ ਕਰਕੇ ਨਗਰਾਂ ਦੇ ਪੰਚ ਵੀ ਜਿਹੜੇ ਮੁਖੀ ਚੁਣੇ ਜਾਂਦੇ ਨੇ, ਨਾਮ ਤਾਂ ਪੰਚ ਹੀ ਚੱਲਿਆ ਆਉਂਦਾ, ਪਰ ਉਹ ਪੰਚ ਸ੍ਰੇਸ਼ਟ ਹੁੰਦੇ ਨਹੀਂ। ਮੁਖੀ ਹੋਣਗੇ ਪਿੰਡ ਦੇ, ਪਰ ਸ੍ਰੇਸ਼ਟ ਵਿਅਕਤੀ ਨਹੀਂ ਹੁੰਦੇ। ਸਤਿਗੁਰੂ ਮਹਾਰਾਜ ਇੱਥੇ ਪੰਚ ਜਿਹੜੇ ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਚੜ੍ਹਨ ਵਾਲੇ ਹਨ, ਸ਼ੁਭ ਗੁਣਾਂ ਦੇ ਧਾਰਨੀ, ਸਤ, ਸੰਤੋਖ, ਦਇਆ, ਧਰਮ, ਵਿਚਾਰ, ਧੀਰਜ, ਸ਼ਾਂਤੀ, ਨਿਮਰਤਾ, ਸਹਿਜ, ਇਹ ਅਧਿਆਤਮਵਾਦ ਉਹਨਾਂ ਦੇ ਅੰਦਰ ਗੁਣ ਹੋਣ। ਨਾਮ ਨੂੰ ਸੁਣ ਕੇ ਮਨ ਵਿੱਚ ਮੰਨ ਲਿਆ ਹੈ, ਕਮਾਇਆ ਹੈ, ਤਾਂ ਉਹਨਾਂ ਬਾਰੇ ਹਜ਼ੂਰ ਜ਼ਿਕਰ ਕਰ ਰਹੇ ਨੇ। ਪੰਚ ਪ੍ਰਵਾਨ ਉਹੀ ਸਾਰੇ ਸਮਾਜ ਸੰਸਾਰ ਅੰਦਰ ਪ੍ਰਵਾਨ ਹੁੰਦੇ ਨੇ ਜੋ ਸੰਤ ਲੋਕ ਨੇ, ਔਰ ਪ੍ਰਧਾਨ ਸਾਰੇ ਸਮਾਜ ਵਿੱਚ ਉਹ ਮੁਖੀ ਨੇ। ਜਿਵੇਂ ਰਾਜੇ ਮਹਾਰਾਜੇ ਪਾਤਸ਼ਾਹ ਲੋਕ ਵੀ ਉਹਨਾਂ ਦੇ ਅੱਗੇ ਝੁਕਦੇ ਨੇ। ਸਭ ਤੋਂ ਸ਼੍ਰੋਮਣੀ ਲੋਕ ਸੰਤ ਲੋਕ ਨੇ। ਭਾਵੇਂ ਕਿ ਆਮ ਸੰਸਾਰੀ ਦੁਨੀਆਦਾਰਾਂ ਦੀ ਨਿਗਾਹ ਵਿੱਚ ਜਿਨ੍ਹਾਂ ਦੇ ਪਾਸ ਕੋਈ ਅਹੁਦਾ ਉੱਚਾ ਹੈ ਜਾਂ ਮਾਇਆ, ਧਨ ਦੌਲਤ, ਪਦਾਰਥ ਜ਼ਿਆਦੇ ਹਨ, ਉਹਨਾਂ ਨੂੰ ਲੋਕ ਚੁੱਕ ਸਲਾਮਾਂ ਕਰਦੇ ਨੇ, ਪਰ ਉਹ ਸੱਚੀਆਂ ਨਮਸਕਾਰਾਂ ਨਹੀਂ ਹੁੰਦੀਆਂ। ਉਹਨਾਂ ਦੀ ਵਡਿਆਈ, ਉਹਨਾਂ ਦੀ ਇੱਜ਼ਤ, ਉਹਨਾਂ ਦਾ ਸਤਿਕਾਰ ਸਦੀਵੀ ਨਹੀਂ ਤੇ ਸੱਚਾ ਨਹੀਂ, ਮਨੋਂ ਦਿਲੋਂ ਨਹੀਂ ਲੋਕ ਕਰਦੇ। ਜਿਵੇਂ ਸਾਡੇ ਗੁਰੂ ਸਾਹਿਬਾਨ ਹੋਏ ਨੇ, ਉਹਨਾਂ ਕੋਲ ਦੁਨਿਆਵੀ ਪਾਤਸ਼ਾਹੀ ਨਹੀਂ ਸੀ, ਪਰ ਸਤਿਗੁਰਾਂ ਨੂੰ ਸੱਚੇ ਪਾਤਸ਼ਾਹ ਕਿਹਾ ਜਾਂਦਾ ਸੀ, ਔਰ ਹਜ਼ੂਰ ਨੇ ਦਿਲਾਂ 'ਤੇ ਰਾਜ ਕੀਤਾ। 10 ਸਤਿਗੁਰਾਂ ਨੇ ਪ੍ਰਜਾ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ। ਜਿਹੜੇ ਵੀ ਉਹਨਾਂ ਦੇ ਅਨੁਯਾਈ ਸਨ, ਉਹ ਮਨੋਂ ਤਨੋਂ ਸਤਿਗੁਰਾਂ ਨੂੰ ਆਪਾ ਸਮਰਪਣ ਕਰਦੇ ਸੀ। ਸੋ ਇਸ ਪ੍ਰਕਾਰ ਪੰਚ ਸ੍ਰੇਸ਼ਟ ਜਨ ਪ੍ਰਵਾਨ ਏਕ ਹਨ। ਪ੍ਰਵਾਨ ਦਾ ਅਰਥ ਹੈ ਕਿ ਉਹਨਾਂ ਦਾ ਜੀਵਨ ਸਾਰਾ ਪ੍ਰਵਾਨ ਵਾਹਿਗੁਰੂ ਦੇ ਦਰ 'ਤੇ ਸਫਲਾ ਹੈ। ਇਸ ਸੰਸਾਰ 'ਤੇ ਉਹਨਾਂ ਦਾ ਜੀਵਨ ਜਿਉਣਾ, ਜੀਵਨ ਬਤੀਤ ਕਰਨਾ ਪ੍ਰਵਾਨ ਏਕ ਹੈ, ਸਫਲਾ ਹੈ। ਅਤੇ ਉਹ ਪ੍ਰਧਾਨ ਵੀ ਹਨ ਸਾਰੇ ਸੰਸਾਰ ਵਿੱਚੋਂ, ਸੰਤ ਲੋਕ ਹੀ ਪ੍ਰਧਾਨ ਨੇ। ਪੰਚੇ ਪਾਵਹਿ ਦਰਗਹਿ ਮਾਨ, ਕਿਉਂਕਿ ਪਰਮਾਤਮਾ ਦੀ ਦਰਗਾਹ ਵਿੱਚ, ਵਾਹਿਗੁਰੂ ਦੇ ਦਰਬਾਰ ਵਿੱਚ ਉਹ ਪੰਚ ਜਿਹੜੇ ਸ੍ਰੇਸ਼ਟ ਜਨ ਹਨ, ਗੁਣੀ ਜਨ ਹਨ, ਗੁਰਮੁਖ ਜਨ ਹਨ, ਭਗਤ ਲੋਕ ਨੇ, ਉਹਨਾਂ ਦਾ ਦਰਗਾਹ ਵਿੱਚ ਮਾਣ, ਇੱਜ਼ਤ, ਸਤਿਕਾਰ ਹੋਵੇਗਾ। ਹਜ਼ੂਰ ਨੇ ਕਿਹਾ ਹੈ, ਐਥੈ ਮਿਲਣ ਵਡਿਆਈਆਂ ਦਰਗਹਿ ਮੋਖ ਦੁਆਰ। ਔਰ ਹੋਰ ਵੀ ਬੇਅੰਤ ਬਚਨ ਕੀਤੇ ਹਨ। ਰੇ ਦਰਗਹਿ ਕਹਿ ਨ ਕੋ, ਆਓ ਬੈਠ ਆਦਰ ਸੁਭ ਦੇਵ। ਧੰਨ ਸਤੀ ਦਰਗਹਿ ਪਰਵਾਨਿਆ, ਕਹੋ ਨਾਨਕ ਜਨ ਪ੍ਰਭੂ ਪਰਮੇਸ਼ਰ ਕਰ ਜਾਣਿਆ। ਧੰਨ ਸਤੀ ਦਰਗਹਿ ਪਰਵਾਨਿਆ। ਉਹ ਐਸੇ ਲੋਕ ਵਾਹਿਗੁਰੂ ਦੀ ਦਰਗਾਹ ਵਿੱਚ ਮਾਣ, ਇੱਜ਼ਤ, ਸਤਿਕਾਰ ਪਾਉਂਦੇ ਨੇ। ਭਗਤ ਰਵਿਦਾਸ ਜੀ ਨੇ ਆਪਣੀ ਅਵਸਥਾ ਬਾਰੇ ਬਚਨ ਕੀਤਾ, ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅਦੋਹ ਨਹੀਂ ਤੇ ਠਾਓ। ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਅਬ ਮੋਹਿ ਖੂਬ ਵਤਨ ਗਹ ਪਾਈ, ਊਹਾ ਖੈਰ ਸਦਾ ਮੇਰੇ ਭਾਈ। ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੋ ਆਹੀ। ਆਬਾਦਾਨ ਸਦਾ ਮਸ਼ਹੂਰ, ਊਹਾ ਗਨੀ ਬਸਹਿ ਮਾਮੂਰ। ਤਿਉ ਤਿਉ ਸੈਲ ਕਰਹਿ ਜਿਉ ਭਾਵੈ, ਮਹਿਰਮ ਮਹਿਲ ਨ ਕੋ ਟਕਾਵੈ। ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਉਹ ਅਗਲੇ ਸ਼ਹਿਰ ਦੀ ਗੱਲ ਕਰਦੇ ਨੇ ਰਵਿਦਾਸ ਜੀ ਕਿ ਉਸ ਅਵਸਥਾ 'ਚ, ਉਸ ਟਿਕਾਣੇ ਅਸੀਂ ਪਹੁੰਚੇ ਹੋਏ ਹਾਂ, ਉੱਥੇ ਕੋਈ ਚਿੰਤਾ, ਕੋਈ ਸੋਗ, ਫਿਕਰ, ਕੋਈ ਜਿਹੜਾ ਆਪਣੇ ਪਾਸ ਮਾਲ ਮਤਾ ਉਹਨੂੰ ਕੋਈ ਟੈਕਸ ਨਹੀਂ ਲੱਗਦਾ। ਭਾਵ ਜਿਹੜਾ ਧਨ ਅਸੀਂ ਇਕੱਠਾ ਕੀਤਾ ਵਾਹਿਗੁਰੂ ਦੇ ਨਾਮ ਦਾ, ਇਹਦੇ ਨਾਲ ਅਸੀਂ ਮੁੱਖ ਉਜਲਾ ਲੈ ਕੇ ਵਾਹਿਗੁਰੂ ਦੇ ਦਰ 'ਤੇ ਪਹੁੰਚ ਗਏ ਹਾਂ। ਸਰੀਰਕ ਤੌਰ 'ਤੇ ਭਾਵੇਂ ਸਮਾਜ ਸੰਸਾਰ 'ਚ ਵਿਚਰਦੇ ਨੇ, ਪਰ ਵਾਹਿਗੁਰੂ ਦੇ ਦਰ ਤੱਕ ਉਹਨਾਂ ਦੀ ਰਸੀਦ ਹੈ, ਪਹੁੰਚ ਹੈ।
ਤੇ ਸਰੀਰ ਤਿਆਗਣ ਤੋਂ ਬਾਅਦ ਵੀ ਵਾਹਿਗੁਰੂ ਦੇ ਦਰ ਤੇ ਉਹ ਮਹਾਨ ਮਾਣ ਇੱਜ਼ਤ ਪ੍ਰਾਪਤ ਕਰਦੇ ਹਨ। ਪੰਚੇ ਸੋਹ ਹੈ ਦਰ ਰਾਜਾਨ, ਉਹ ਜਿਹੜੇ ਪੰਜ ਸ੍ਰੇਸ਼ਟ ਮਹਾਤਮਾ ਸੰਤ ਲੋਕ ਨੇ, ਰਾਜਿਆਂ ਦੇ ਦਰਬਾਰਾਂ ਵਿੱਚ ਜਾ ਕੇ ਵੀ ਉਹ ਸੋਭਾ ਪਾਉਂਦੇ ਨੇ। ਜਿਵੇਂ ਪੁਰਾਤਨ ਸਮੇਂ ਦੇ ਅੰਦਰ ਜਿਹੜੇ ਰਾਜੇ ਮਹਾਰਾਜੇ ਹੁੰਦੇ ਸਨ, ਉਹਨਾਂ ਨੂੰ ਇਸ ਗੱਲ ਦਾ ਭੈ ਹੁੰਦਾ ਸੀ ਕਿ ਰਾਜ ਭਾਗ ਕਰਦਿਆਂ ਸਾਥੋਂ ਕੋਈ ਬੇਨਿਆਈ, ਬੇਇਨਸਾਫੀ, ਕੋਈ ਗੁਨਾਹ ਨਾ ਹੋ ਜਾਏ, ਲੋਕਾਂ ਨਾਲ ਵਧੀਕੀ ਨਾ ਹੋ ਜਾਏ। ਇਸ ਡਰੋਂ ਉਹਨਾਂ ਨੇ ਆਪਣੇ ਦਰਬਾਰਾਂ ਵਿੱਚ ਸੰਤ ਲੋਕ ਰੱਖੇ ਹੁੰਦੇ ਸਨ ਔਰ ਉਹਨਾਂ ਦੀ ਪ੍ਰੇਰਨਾ ਦੇ ਨਾਲ ਉਹ ਧਰਮ ਦਾ ਰਾਜ ਕਰਦੇ ਸੀ। ਹੁਣ ਤਾਂ ਡਰ ਨਹੀਂ ਰਿਹਾ ਨਾ ਰਾਜ ਕਰਨ ਵਾਲਿਆਂ ਨੂੰ, ਪਰ ਪੁਰਾਣੇ ਸਮਿਆਂ 'ਚ ਰਾਜੇ ਮਹਾਰਾਜੇ ਆਪਣੇ ਦਰਬਾਰਾਂ ਵਿੱਚ ਸੰਤ ਭਗਤ ਰੱਖਦੇ ਸਨ। ਜਿਵੇਂ ਭਗਤ ਜੈਦੇਵ ਜੀ ਨੂੰ ਵੀ ਇੱਕ ਰਾਜੇ ਨੇ ਆਪਣੇ ਦਰਬਾਰ 'ਚ ਰੱਖਿਆ ਹੁੰਦਾ ਸੀ। ਰਾਜੇ ਦੇ ਦਰਬਾਰ 'ਚ ਜਾ ਕੇ ਉੱਚੇ ਥਾਂ ਸੋਭਾ ਪਾਉਂਦੇ ਸਨ ਜੈਦੇਵ ਜੀ। ਔਰ ਇਸ ਪ੍ਰਕਾਰ ਬਹਾਦਰ ਸ਼ਾਹ ਬਾਦਸ਼ਾਹ ਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਸੱਦਿਆ ਸੀ ਅਤੇ ਉੱਚੀ ਜਗ੍ਹਾ 'ਤੇ ਹਜ਼ੂਰ ਨੂੰ ਬਿਠਾਇਆ ਸੀ। ਇਸ ਪ੍ਰਕਾਰ ਜਿਹੜੇ ਰੱਬ ਦੇ ਸੰਤ ਹਨ, ਪੁੱਗੇ ਹੋਏ ਮਹਾਤਮਾ ਨੇ, ਜਿਵੇਂ ਸੰਤ ਅਤਰ ਸਿੰਘ ਸਾਹਿਬ ਵੱਲ ਵੇਖ ਕੇ ਦਿੱਲੀ ਦੇ ਗਵਰਨਰ ਜਾਰਜ ਪੰਚਮ ਨੇ ਦਰਸ਼ਨ ਕਰਕੇ ਐਸਾ ਪ੍ਰਭਾਵ ਪਿਆ ਸੀ, ਕਹਿਣ ਲੱਗਾ ਇੱਕ ਬੰਦਾ ਇਹੋ ਜਿਹਾ ਈਸਾਈ ਮੱਤ ਵਿੱਚ ਹੋਵੇ ਅਤੇ ਸਾਰੀ ਦੁਨੀਆ ਨੂੰ ਅਸੀਂ ਈਸਾਈ ਬਣਾ ਸਕਦੇ ਹਾਂ। ਇਸ ਪ੍ਰਕਾਰ ਉਹ ਜਿੱਥੇ ਵੀ ਜਾਣਗੇ ਉਹ ਸੋਭਾ ਪਾਉਣਗੇ, ਕਿਉਂਕਿ ਵਕਾਰ ਅਤੇ ਮੈਲ, ਦੋਸ਼, ਭੋਰਾ ਮਾਤਰ ਵੀ ਉਹਨਾਂ ਦੇ ਨੇੜੇ ਨਹੀਂ ਹੁੰਦਾ। ਸੋ ਇਸ ਪ੍ਰਕਾਰ ਦੇ ਉਹ ਰੱਬ ਦੇ ਪਿਆਰੇ ਹਨ। ਪੰਚਾਂ ਕਾ ਗੁਰ ਏਕ ਧਿਆਨ, ਉਹ ਪੰਚ ਕੌਣ ਹਨ ਜੀ? ਹਜ਼ੂਰ ਕਹਿੰਦੇ ਨੇ ਕਿ ਉਹਨਾਂ ਪੰਚਾਂ ਸ੍ਰੇਸ਼ਟ ਜਨਾਂ, ਗੁਰਮੁਖ ਜਨਾਂ ਦੀ ਸੁਰਤ ਦਾ ਨਿਸ਼ਾਨਾ ਇੱਕ ਗੁਰੂ ਹੈ ਕੇਵਲ। ਉਹਨਾਂ ਦੀ ਸੁਰਤ ਕਦੇ ਸਤਿਗੁਰਾਂ ਦੇ ਚਰਨਾਂ ਤੋਂ, ਆਪਣੇ ਗੁਰੂ ਦੇ ਚਰਨਾਂ ਤੋਂ ਪਾਸੇ ਨਹੀਂ ਜਾਂਦੀ। ਧਿਆਨ ਵਿੱਚ ਗੁਰੂ ਦੇ ਚਰਨ ਹਨ, ਗੁਰੂ ਵਸਿਆ ਹੋਇਆ। ਜਦੋਂ ਗੁਰੂ ਦਾ ਧਿਆਨ ਹਿਰਦੇ ਅੰਦਰ ਹੈ ਤੇ ਸਾਰੇ ਸ਼ੁਭ ਗੁਣ ਉਹਨਾਂ ਦੇ ਅੰਦਰ ਹੋਣਗੇ। ਜੈਸਾ ਸੇਵਾ ਤੈਸੋ ਹੋਏ। ਇੱਕ ਬਚਨ ਯਾਦ ਆਇਆ ਕਿ ਬਾਬਾ ਬੁੱਢਾ ਜੀ ਦਾ ਜੋ ਸਰੀਰ ਬਹੁਤ ਬਿਰਧ ਹੋ ਗਿਆ ਸੀ ਅਤੇ ਉਹ ਜਿੱਥੇ ਅੱਜ ਕੱਲ੍ਹ ਬੀੜ ਸਾਹਿਬ ਗੁਰਦੁਆਰਾ ਸਾਹਿਬ ਹੈ, ਇੱਥੇ ਰਿਹਾ ਕਰਦੇ ਸਨ ਅਤੇ ਉੱਥੋਂ ਚੱਲ ਕੇ ਅੰਮ੍ਰਿਤਸਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਦਰਸ਼ਨ ਕਰਨ ਆਉਂਦੇ ਸੀ। ਤਾਂ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਕਿ ਬਾਬਾ ਜੀ, ਜਦੋਂ ਤੁਸੀਂ ਚੱਲ ਕੇ ਆਉਂਦੇ ਹੋ, ਜਿਹੜਾ ਤੁਹਾਡੇ ਸਰੀਰ ਨੂੰ ਕਸ਼ਟ ਹੁੰਦਾ ਉਹ ਸਾਨੂੰ ਕਸ਼ਟ ਹੁੰਦਾ। ਅਸੀਂ ਉਹ ਕਸ਼ਟ ਝੱਲ ਨਹੀਂ ਸਕਦੇ। ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਇੰਨੀ ਤਕਲੀਫ ਝੱਲ ਕੇ ਏਡੀ ਦੂਰੋਂ ਚੱਲ ਕੇ ਆਓ। ਜਦੋਂ ਯਾਦ ਕਰਿਆ ਕਰੋਗੇ, ਅਸੀਂ ਆਪ ਚੱਲ ਕੇ ਆਇਆ ਕਰਾਂਗੇ ਤੁਹਾਡੇ ਦਰਸ਼ਨ ਕਰਨ। ਤਾਂ ਉਸ ਵੇਲੇ ਬਾਬਾ ਬੁੱਢਾ ਜੀ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਜੀ, ਇਹ ਵਿਧਾਨ ਨਹੀਂ ਹੈ। ਸਮੁੰਦਰ ਨਦੀਆਂ ਵੱਲ ਨੂੰ ਚੱਲ ਕੇ ਨਹੀਂ ਜਾਂਦਾ, ਨਦੀਆਂ ਹਮੇਸ਼ਾ ਸਮੁੰਦਰ ਵੱਲ ਆਉਂਦੀਆਂ। ਤੁਸੀਂ ਗੁਰੂ ਹੋ, ਮੈਂ ਇਸ ਗੁਰਗੱਦੀ ਦਾ ਅਦਨਾ ਜਿਹਾ ਸੇਵਕ ਹਾਂ। ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਲੈ ਕੇ ਮੈਂ ਹੁਣ ਤੱਕ ਸਿੱਖ ਹੀ ਹਾਂ। ਗੁਰੂ ਤੁਸੀਂ ਹੋ। ਭਾਵੇਂ ਕਿ ਬਾਬਾ ਬੁੱਢਾ ਜੀ ਦੇ ਬਚਨ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸੰਸਾਰ 'ਤੇ ਆਏ ਸੀ, ਪਰ ਫਿਰ ਵੀ ਇੰਨਾ ਆਦਰ ਬਾਬਾ ਜੀ ਦਾ ਸੀ। ਪੰਚ ਜਨ ਸਨ। ਤਾਂ ਉਸ ਵੇਲੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ, ਫਿਰ ਬਾਬਾ ਜੀ ਇੰਜ ਨਹੀਂ, ਤਾਂ ਜਦੋਂ ਤੁਹਾਡੀ ਇੱਛਾ ਹੋਇਆ ਕਰੇ ਪਾਲਕੀ 'ਤੇ ਸਵਾਰ ਹੋ ਕੇ ਆਇਆ ਕਰੋ। ਅਸੀਂ ਪਾਲਕੀ ਭੇਜ ਦਿਆ ਕਰਾਂਗੇ, ਤੁਸੀਂ ਪਾਲਕੀ 'ਚ ਸਵਾਰ ਹੋ ਕੇ ਆਉਣਾ। ਇੰਨਾ ਕੁ ਵਚਨ ਸਾਡਾ ਜ਼ਰੂਰ ਮੰਨ ਲਓ। ਤਾਂ ਹੁਕਮ ਜਾਣ ਕੇ ਬਾਬਾ ਜੀ ਨੇ ਵਚਨ ਮੰਨ ਲਿਆ। ਇੱਕ ਵਾਰੀ ਬਾਬਾ ਬੁੱਢਾ ਜੀ ਪਾਲਕੀ 'ਚ ਸਵਾਰ ਹੋ ਕੇ ਆ ਰਹੇ ਸੀ ਅਤੇ ਅੰਮ੍ਰਿਤਸਰ ਦੇ ਬਾਹਰ ਜਦੋਂ ਪਾਲਕੀ ਪਹੁੰਚੀ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਉੱਠ ਕੇ ਗਏ ਅਤੇ ਬੋਲੇ ਨਹੀਂ। ਅਤੇ ਇੱਕ ਸਿੱਖ ਨੂੰ, ਜਿਹਨੇ ਪਾਲਕੀ 4 ਸਿੱਖਾਂ ਨੇ ਚੱਕੀ ਹੋਈ ਸੀ, ਉਹਨਾਂ 'ਚੋਂ ਇੱਕ ਨੂੰ ਇਸ਼ਾਰਾ ਕੀਤਾ ਕਿ ਤੂੰ ਪਰੇ ਹੋ ਜਾ, ਅਸੀਂ ਬਾਬਾ ਜੀ ਦੀ ਪਾਲਕੀ ਨੂੰ ਮੋਢਾ ਦੇਣਾ। ਔਰ ਜਦੋਂ ਇਹ ਇਸ਼ਾਰਾ ਹੀ ਕੀਤਾ ਜੇ ਤਾਂ ਪਾਲਕੀ 'ਚ ਪੜਦੇ ਅੰਦਰ ਸੀ ਬਾਬਾ ਬੁੱਢਾ ਜੀ, ਅਤੇ ਉੱਥੋਂ ਹੀ ਬੋਲ ਪਏ, ਕਹਿਣ ਲੱਗੇ, ਸਤਿਗੁਰੂ ਜੀ, ਅਜਿਹਾ ਨਾ ਕਰਿਓ। ਜੇ ਤੁਸੀਂ ਇੰਝ ਕੀਤਾ ਤਾਂ ਇਹ ਬੁੱਢੜਾ ਪਾਲਕੀ ਵਿੱਚੋਂ ਛਾਲ ਮਾਰ ਦੇਗਾ। ਇਹ ਇੰਝ ਨਹੀਂ ਹੋ ਸਕਦਾ ਕਿ ਇਸ ਬੁੱਢੇ ਸਿੱਖ ਦੀ ਪਾਲਕੀ ਨੂੰ ਤੁਸੀਂ ਮੋਢਾ ਦਿਓ। ਤਾਂ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ, ਬਾਬਾ ਜੀ, ਅਸੀਂ ਤਾਂ ਬੋਲੇ ਨਹੀਂ, ਤੁਹਾਨੂੰ ਕਿਵੇਂ ਪਤਾ ਲੱਗ ਗਿਆ ਕਿ ਅਸੀਂ ਆਏ ਹਾਂ? ਕਹਿਣ ਲੱਗੇ, ਜੀ, ਇਸ ਨਿਮਾਣੇ ਨਚੀਜ ਦਾਸ ਦਾ ਧਿਆਨ ਕਦੇ ਤੁਹਾਡੇ ਚਰਨਾਂ ਤੋਂ ਪਾਸੇ ਗਿਆ ਹੀ ਨਹੀਂ। ਤੁਸੀਂ ਜਦੋਂ ਅਕਾਲ ਤਖ਼ਤ ਸਾਹਿਬ ਤੋਂ ਤੁਰੇ ਸੀ, ਮੈਨੂੰ ਉਦੋਂ ਦਾ ਹੀ ਪਤਾ। ਔਰ ਇਸ ਪ੍ਰਕਾਰ ਪੰਚਾਂ ਕਾ ਗੁਰ ਏਕ ਧਿਆਨ, ਉਹਨਾਂ ਦੀ ਸੁਰਤ ਦਾ ਨਿਸ਼ਾਨਾ, ਧਿਆਨ, ਖਿਆਲ ਸਦਾ ਇੱਕ ਗੁਰੂ ਵੱਲ ਹੈ। ਜੇ ਕੋ ਕਹੈ ਕਰੈ ਵਿਚਾਰ, ਜੇ ਕੋਈ ਕਹਿੰਦਾ ਹੈ
ਕਰਦਾ ਹੈ ਵਿਚਾਰ ਪਰਮਾਤਮਾ ਬਾਰੇ। ਮਤਲਬ ਇੱਥੋਂ ਪ੍ਰਕਰਨ ਥੋੜ੍ਹਾ ਜਿਹਾ ਬਦਲ ਕੇ ਹਜ਼ੂਰ ਚੱਲ ਰਹੇ ਨੇ ਕਿ ਜੇ ਇਸ ਅਵਸਥਾ ਵਾਲੇ ਗੁਰਮੁਖ ਬਾਰੇ ਇਹ ਖਿਆਲ ਕੀਤਾ ਜਾਏ ਕਿ ਉਹ ਕਰਤੇ ਦੀ ਕੁਦਰਤ ਦਾ ਅੰਤ ਤਾਂ ਪਾ ਲਿਆ ਹੋਵੇਗਾ ਉਸਨੇ, ਤਾਂ ਨਹੀਂ। ਹਜ਼ੂਰ ਕਹਿੰਦੇ ਨੇ ਕਰਤਾ ਪਰਮਾਤਮਾ ਤੇ ਉਸ ਦੀ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜੇ ਕੋਈ ਕਹਿੰਦਾ ਹੈ ਕਰਦਾ ਹੈ ਵਿਚਾਰ ਕਰਤੇ ਬਾਰੇ, ਤਾਂ ਇਹ ਨਹੀਂ ਮਤਲਬ ਕਿ ਵਿਚਾਰ ਕਰਨ ਵਾਲਾ ਪੂਰੀ ਵਿਚਾਰ ਦੱਸ ਸਕਦਾ। ਵਿਚਾਰ ਕਰਨ ਵਾਲਾ, ਕਥਨ ਕਰਨ ਵਾਲਾ ਪਰਮਾਤਮਾ ਬਾਰੇ ਸਾਰਾ ਕੁਝ ਦੱਸ ਦੇਗਾ, ਜਾਣ ਲਵੇਗਾ ਨਹੀਂ। ਕਿਉਂਕਿ ਕਰਤੇ ਕੈ ਕਰਣਾ ਨਾ ਹੀ ਸੁਮਾਰ। ਕਰਤੇ ਅਕਾਲ ਪੁਰਖ ਦੇ ਜੋ ਕਰਨੇ ਕਰਤੱਵ ਹਨ, ਜਾਂ ਉਹਦਾ ਜਿਹੜਾ ਇਹ ਕਾਰਜ ਹੈ ਸੰਸਾਰ, ਇਹਦਾ ਕੋਈ ਸ਼ੁਮਾਰ ਹੈ ਜਾਂ ਨਹੀਂ, ਹਿਸਾਬ ਕਿਤਾਬ ਹੈ, ਕੋਈ ਗਿਣਤੀ ਮਿਣਤੀ ਹੋ ਸਕਦੀ ਵੀ ਕਿੱਡੀ ਕੁ ਵੱਡੀ ਕੁਦਰਤ ਹੈ? ਨਹੀਂ। ਧੌਲ ਧਰਮ ਦਇਆ ਕਾ ਪੂਤ। ਹਜ਼ੂਰ ਕਹਿੰਦੇ ਲੋਕਾਂ ਨੇ ਇਸ ਕੁਦਰਤ ਦਾ ਹੀ ਹਿਸਾਬ ਕਿਤਾਬ ਲਾਉਂਦਿਆਂ, ਗਿਣਤੀ ਮਿਣਤੀ ਕਰਦਿਆਂ ਇਹ ਕੁਝ ਗੱਲਾਂ ਪ੍ਰਚਲਿਤ ਕਰ ਦਿੱਤੀਆਂ, ਖਾਸ ਕਰਕੇ ਸਨਾਤਨ ਮਤ ਦੇ ਅੰਦਰ ਸੀ ਇਹ, ਵੀ ਜਿਹੜੀ ਧਰਤੀ ਹੈ ਇਹਦੇ ਥੱਲੇ ਇੱਕ ਚਿੱਟੇ ਰੰਗ ਦਾ ਬਲਦ ਹੈ ਤੇ ਬਲਦ ਦੇ ਇੱਕ ਸਿੰਗ ਦੇ ਉੱਤੇ ਧਰਤੀ ਹੈ। ਜਦੋਂ ਉਹ ਬਲਦ ਆਪਣਾ ਸਿੰਗ ਬਦਲਦਾ, ਦੂਜੇ ਸਿੰਗ ਤੇ ਭਾਰ ਚੱਕਦਾ, ਤਾਂ ਉਸ ਵੇਲੇ ਭੁਚਾਲ ਆਉਂਦਾ। ਇਹਨਾਂ ਗੱਲਾਂ ਨੂੰ ਸਤਿਗੁਰੂ ਰੱਦ ਕਰ ਰਿਹਾ। ਕਹਿੰਦੇ ਉਹ ਕੋਈ ਬਲਦ ਰੂਪ ਨਹੀਂ ਹੈ, ਉਹ ਧੌਲ ਚਿੱਟੇ ਰੰਗ ਦਾ ਬਲਦ ਕਿਹਾ ਧਰਮ ਹੈ। ਧਰਮ ਦੇ ਕਈ ਅਰਥ ਨੇ। ਇੱਕ ਤਾਂ ਮੁੱਖ ਅਰਥ ਹੈ ਧਰਮ ਦਾ ਫਰਜ਼। ਫਰਜ਼ ਜਿਹੜਾ ਕਿਸੇ ਨੂੰ ਕੰਮ ਸੌਂਪਿਆ ਗਿਆ ਉਹਨੂੰ ਉਹ ਸਹੀ ਢੰਗ ਨਾਲ ਕਰੇ, ਇਹ ਉਹਦਾ ਧਰਮ ਹੈ। ਫਰਜ਼ ਜਿਹੜੇ ਜਿਵੇਂ ਮਾਤਾ ਪਿਤਾ ਉਹ ਆਪਣਾ ਫਰਜ਼ ਅਦਾ ਕਰਦੇ ਨੇ, ਬੱਚਿਆਂ ਦੀ ਪਰਵਰਿਸ਼ ਕਰਦੇ, ਉਹਨਾਂ ਵਾਸਤੇ ਬੜੇ ਕੁਝ ਕਰਮ ਕਰਦੇ ਨੇ, ਅਤੇ ਫਿਰ ਬੱਚਿਆਂ ਉੱਪਰ ਉਹਨਾਂ ਦਾ ਅਧਿਕਾਰ ਹੁੰਦਾ ਕਿ ਸਾਡੇ ਧੀਆਂ ਪੁੱਤਰ ਨੇ, ਹੁਣ ਇਹ ਸਾਡੀ ਸੇਵਾ ਕਰਨ। ਬੱਚਿਆਂ ਦਾ ਫਰਜ਼ ਹੈ ਕਿ ਮਾਤਾ ਪਿਤਾ ਦੀ ਸੇਵਾ ਕਰਨ, ਅਤੇ ਫਿਰ ਉਹ ਆਪਣੇ ਮਾਤਾ ਪਿਤਾ ਦੀ ਜੋ ਵਿਰਾਸਤ ਹੈ, ਵਿਰਸਾ, ਜਿੰਨੀ ਜਾਇਦਾਦ ਹੈ, ਤਾਂ ਉਹਦੇ ਉਹ ਹੱਕਦਾਰ ਬਣਦੇ। ਉਹ ਹੱਕ, ਇੱਕ ਫਰਜ਼, ਇੱਕ ਹੱਕ। ਸੋ ਇਸ ਪ੍ਰਕਾਰ ਡਿਊਟੀਜ਼ ਐਂਡ ਰਾਈਟਸ ਇੰਗਲਿਸ਼ ਦੇ ਵਰਡ ਨੇ। ਇਸ ਪ੍ਰਕਾਰ ਇਹ ਧਰਮ ਦਾ ਅਰਥ ਹੈ। ਜਿੱਥੇ ਜਿੱਥੇ ਵੀ ਕੋਈ ਵਿਅਕਤੀ ਹੈ, ਜੇ ਧਰਮ ਦੇ ਦਾਇਰੇ 'ਚ ਰਹਿੰਦਾ ਅਤੇ ਉਹਨੂੰ ਸਲਾਹਿਆ ਜਾਂਦਾ ਅਤੇ ਸਹੀ ਹੈ, ਰੱਬ ਦੇ ਦਰੋਂ ਬਖਸ਼ਿਸ਼ ਮਿਲਦੀ ਹੈ। ਅਤੇ ਜੇ ਉਹ ਆਪਣਾ ਧਰਮ ਛੱਡਦਾ, ਆਪਣੇ ਫਰਜ਼ ਨੂੰ ਨਹੀਂ ਪਛਾਣਦਾ ਅਤੇ ਫਰਜ਼ ਤੋਂ ਕੁਤਾਹੀ ਕਰਦਾ ਹੈ, ਤਾਂ ਸਮਾਜ ਵਿੱਚ ਵੀ ਨਿੰਦਿਆ ਹੋਵੇਗੀ। ਕੋਈ ਅਧਿਆਪਕ ਹੈ, ਉਹ ਤਨਖਾਹ ਲੈ ਰਿਹਾ ਬੱਚਿਆਂ ਨੂੰ ਵਿੱਦਿਆ ਪੜ੍ਹਾਉਣ ਲਈ, ਜੇ ਉਹ ਤਨਦੇਹੀ ਨਾਲ ਪੜ੍ਹਾਉਂਦਾ ਨਹੀਂ, ਆਪਣੀ ਡਿਊਟੀ ਤੋਂ ਕੁਤਾਹੀ ਕਰਦਾ, ਅਤੇ ਮਤਲਬ ਉਹ ਧਰਮ ਤੋਂ ਡਿੱਗ ਪਿਆ ਹੈ, ਆਪਣਾ ਧਰਮ ਉਹਨੇ ਛੱਡਿਆ ਹੋਇਆ। ਇਸ ਤਰ੍ਹਾਂ ਸਮਾਜ 'ਚ ਉਹਦੀ ਨਿੰਦਿਆ ਵੀ ਹੋਏਗੀ। ਉਹਨੂੰ ਕੋਈ ਚੰਗਾ, ਸਿਆਣੇ ਬੰਦੇ ਉਹਨੂੰ ਚੰਗਾ ਨਹੀਂ ਸਮਝਣਗੇ। ਇਸੇ ਪ੍ਰਕਾਰ ਜਿਹੜਾ ਪ੍ਰਮਾਤਮਾ ਦਾ ਦੈਵੀ ਕਾਨੂੰਨ ਹੈ, ਦੈਵੀ ਨਿਯਮ ਹੈ, ਜੋ ਪ੍ਰਮਾਤਮਾ ਨੇ ਦੈਵੀ ਮਰਿਆਦਾ ਬਣਾਈ ਹੈ, ਜਿਹਦੇ ਬਾਰੇ ਬਚਨ ਹੈ, ਭੈ ਵਿੱਚ ਪਵਨ ਵਹਿ ਸਦ ਵਾਓ, ਭੈ ਵਿੱਚ ਚੱਲਹਿ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਪਾਰ। ਇਹ ਪ੍ਰਮਾਤਮਾ ਦਾ ਬਣਾਇਆ ਹੋਇਆ ਜਿਹੜਾ ਸਾਰੀ ਸ੍ਰਿਸ਼ਟੀ ਦੇ ਵਿੱਚ ਜੋ ਕੁਝ ਪੈਦਾ ਕੀਤਾ, ਹਵਾ, ਪਾਣੀ, ਧਰਤੀ, ਅੱਗ, ਸਾਰੇ ਇੱਕ ਮਰਿਆਦਾ ਦੀ ਸੂਤਰ ਵਿੱਚ ਨੇ। ਪਰਮਾਤਮਾ ਦੇ ਹੁਕਮ ਦੇ ਅੰਦਰ ਚੰਦਰਮਾ ਆਪਣੇ ਸਮੇਂ ਨਾਲ ਉੱਗਦਾ, ਡੁੱਬਦਾ, ਚੜ੍ਹਦਾ ਅਤੇ ਉੱਗਦਾ, ਡੁੱਬ ਜਾਂਦਾ। ਇਸੇ ਤਰ੍ਹਾਂ ਸੂਰਜ ਹੈ, ਇਸੇ ਤਰ੍ਹਾਂ ਹਵਾ ਚੱਲਦੀ ਹੈ ਹੁਕਮ ਦੁਆਰਾ ਹੀ। ਇਸੇ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਉਹ ਧਰਮ ਹੈ ਪਰਮਾਤਮਾ ਦਾ ਸਥਾਪਿਤ ਕੀਤਾ ਹੋਇਆ, ਜਿਸ ਦੇ ਆਸਰੇ ਇਹ ਧਰਤੀ ਖੜੀ ਹੈ। ਧਰਤੀ ਦੇ ਥੱਲੇ ਜੇ ਕਹੋ ਬਲਦ ਹੈ, ਅਤੇ ਅਸਮਾਨ ਦੇ ਥੱਲੇ ਕਿਆ ਹੈ? ਉੱਪਰ ਅਸਮਾਨ 'ਤੇ ਪੁਰੀਆਂ ਹਨ, ਜਿਵੇਂ ਤਾਰਾ ਮੰਡਲ ਹੈ, ਚੰਦਰਮਾ ਹੈ, ਸੂਰਜ ਹੈ। ਹਜ਼ੂਰ ਨੇ ਕਿਹਾ ਵਿਣ ਥੰਮਾ ਗਗਨ ਰਹਾਇਆ, ਬਿਨਾਂ ਥੰਮਾਂ ਤੋਂ ਗਗਨ ਆਕਾਸ਼ ਜਿਹੜਾ ਉਹ ਟਿਕਾਇਆ ਹੋਇਆ। ਇਸੇ ਪ੍ਰਕਾਰ ਇਹ ਪਰਮਾਤਮਾ ਦਾ ਬਣਾਇਆ ਹੋਇਆ ਦੈਵੀ ਕਾਨੂੰਨ, ਦੈਵੀ ਨਿਯਮ, ਮਰਿਆਦਾ, ਜਿਸ ਦੇ ਆਸਰੇ ਇਹ ਧਰਤੀ ਖੜੀ ਹੈ। ਫਿਰ ਉਹ ਧਰਮ ਜਿਹੜਾ ਉਹ ਧੌਲਾ ਧਰਮ ਉਹ ਕਿੱਥੋਂ ਪੈਦਾ ਹੋਇਆ ਜੀ? ਹਜ਼ੂਰ ਕਹਿੰਦੇ ਦਇਆ ਕਾ ਪੂਤ। ਧਰਮ ਦੀ ਪੈਦਾਇਸ਼ ਦਇਆ ਵਿੱਚੋਂ ਹੈ। ਇੱਕ ਵਿਦਵਾਨ ਦਾ ਬਚਨ ਹੈ, ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੋੜੀਐ ਜਬਲਾ ਘਟ ਮੈਂ ਪ੍ਰਾਣ। ਜਿਹੜੇ ਧਰਮੀਆਂ ਵਾਲੇ ਗੁਣ ਵੀ ਹਨ, ਉਹ ਦਇਆ ਦੇ ਵਿੱਚੋਂ ਪੈਦਾ ਹੁੰਦੇ ਨੇ। ਦਇਆ ਧਰਮ ਦੀ ਮਾਂ ਰੂਪ ਹੈ, ਅਤੇ ਇਹ ਧਰਮ ਦਇਆ ਦਾ ਪੁੱਤ ਹੈ। ਪਰਮਾਤਮਾ ਦੀ ਰਹਿਮਤ, ਪਰਮਾਤਮਾ ਦੀ ਬਖਸ਼ਿਸ਼ ਜਿਹੜੀ ਆ, ਉਹਦੇ ਵਿੱਚੋਂ ਇਹ ਧਰਮ ਪੈਦਾ ਹੋਇਆ।
ਸੰਤੋਖ ਥਾਪ ਰੱਖਿਆ ਜਿਨ ਸੂਤ। ਜਿਸ ਧਰਮ ਨੇ ਫਿਰ ਅੱਗੇ ਸੰਤੋਖ ਨੂੰ ਸਥਾਪ ਕੇ ਬਣਾ ਕੇ ਸੂਤ ਮਰਿਆਦਾ ਵਿੱਚ ਰੱਖਿਆ ਹੋਇਆ। ਸੰਤੋਖ ਜਿਹੜਾ ਇਹ ਧਰਮ ਹੈ, ਧਰਮ ਦਇਆ ਪੁੱਤੇ ਮਾਨੋ ਸੰਤੋਖ ਦਾ ਚਾਰਾ ਚਰਦਾ। ਜਿੱਥੇ ਧਰਮ ਆ ਗਿਆ, ਦਇਆ ਆਈ ਤੇ ਧਰਮ ਆਇਆ, ਧਰਮ ਆਇਆ ਤੇ ਸੰਤੋਖ ਆਇਆ। ਫਿਰ ਉਹ ਧਰਮੀ ਲੋਕ ਜਿਵੇਂ ਸੰਤੋਖ ਦੇ ਵਿੱਚ ਰਹਿੰਦੇ ਨੇ, ਇਸ ਪ੍ਰਕਾਰ ਸੰਤੋਖ ਨੂੰ ਥਾਪ ਕੇ ਜਿਸ ਨੇ ਮਰਿਆਦਾ ਸੂਤਰ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਉਹ ਧਰਮ ਹੈ। ਜੇ ਕੋ ਬੁੱਝੈ ਹੋਵੇ ਸਚਿਆਰ। ਜੇ ਕੋਈ ਬੁੱਝ ਲੈਂਦਾ ਇਸ ਭੇਦ ਨੂੰ ਤੇ ਸਚਿਆਰ ਸੱਚ ਵਾਲਾ ਬਣ ਜਾਂਦਾ। ਇੱਥੇ ਅਰਥ ਕੀਤਾ ਵਿਦਵਾਨਾਂ ਨੇ ਸੱਚ ਵਾਲਾ ਬਣਨ ਤੋਂ ਭਾਵ ਸੱਚ ਸਰੂਪ ਪਰਮਾਤਮਾ ਦਾ ਪ੍ਰਕਾਸ਼ ਉਹਦੇ ਹਿਰਦੇ ਅੰਦਰ ਪ੍ਰਗਟ ਹੁੰਦਾ ਹੈ। ਜੇ ਕੋਈ ਇਹ ਸਾਰੀ ਖੇਡ ਨੂੰ ਬੁੱਝ ਲੈਂਦਾ ਕਿ ਇਹ ਪਰਮਾਤਮਾ ਦੇ ਹੁਕਮ ਅੰਦਰ ਹੀ ਸਾਰੀ ਕੁਦਰਤ ਬਣੀ, ਇਹਦਾ ਅੰਤ ਵੀ ਕੋਈ ਨਹੀਂ ਹੈ, ਔਰ ਹੁਕਮੇ ਉਹ ਕੁਦਰਤ ਨੂੰ ਸਾਜ ਕੇ ਇਹਨੂੰ ਟਿਕਾ ਕੇ ਫਿਰ ਅੰਤ ਨੂੰ ਨਾਸ ਵੀ ਕਰਦਾ। ਜੇ ਕੋਈ ਬੁੱਝ ਲੈਂਦਾ ਹੈ ਤਾਂ ਉਹ ਬਣ ਜਾਂਦਾ ਸੱਚ ਵਾਲਾ, ਉਸ ਨੂੰ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ। ਧਵਲਾ ਉੱਪਰ ਕੇਤਾ ਭਾਰ। ਤੇ ਹਜ਼ੂਰ ਕਹਿੰਦੇ ਜਿਹੜਾ ਉਹ ਖਿਆਲ ਪ੍ਰਚਲਿਤ ਹੈ ਪੁਰਾਤਨ ਕਿ ਧੌਲੇ ਬਲਦ ਦੇ ਉੱਪਰ ਧਰਤੀ ਖੜੀ ਹੈ, ਤਾਂ ਅੰਦਾਜ਼ਾ ਲਾਓ ਫਿਰ ਵੀ ਉਸ ਧਵਲੇ ਬਲਦ ਦੇ ਉੱਪਰ ਕਿੰਨਾ ਕੁ ਭਾਰ ਹੋਵੇਗਾ ਧਰਤੀ ਦਾ। ਧਰਤੀ ਦੇ ਉੱਪਰ ਕਿੰਨੇ ਪਦਾਰਥ, ਕਿੰਨੇ ਜੀਵ ਤੁਰੇ ਫਿਰਦੇ ਨੇ, ਕਿੰਨੇ ਬਿਰਛ ਬੂਟੇ, ਕਿੰਨਾ ਪਾਣੀ, ਕਿੰਨੇ ਪਹਾੜ। ਉਸ ਧੌਲੇ ਬਲਦ ਦੇ ਉੱਪਰ ਫਿਰ ਕਿੰਨਾ ਬਹੁਤ ਜ਼ਿਆਦਾ ਮਣਾ ਮੂੰਹ ਭਾਰ ਹੋਵੇਗਾ, ਗਿਣਤੀ ਮਿਣਤੀ ਕੋਈ ਨਹੀਂ। ਫਿਰ ਉਹ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਇਹ ਧਰਤੀ ਦਾ ਭਾਰ ਧੌਲੇ ਬਲਦ ਨੇ ਚੱਕਿਆ ਹੋਇਆ, ਤੇ ਜੇ ਪੁੱਛੀਏ ਪ੍ਰਸ਼ਨ ਕਰੀਏ ਕਿ ਉਹ ਬਲਦ ਕਿਸ ਦੇ ਆਸਰੇ ਖੜਾ, ਤਾਂ ਤੁਸੀਂ ਕਹਿੰਦੇ ਹੋ ਵੀ ਥੱਲੇ ਉਹਦੇ ਪੈਰਾਂ ਦੇ ਹੋਰ ਧਰਤੀ ਹੈ। ਤਾਂ ਹਜ਼ੂਰ ਕਹਿੰਦੇ ਨੇ ਉਸ ਧਰਤੀ ਦੇ ਥੱਲੇ ਫਿਰ ਇੱਕ ਹੋਰ ਬਲਦ ਹੋਏਗਾ, ਤੇ ਉਹ ਬਲਦ ਫਿਰ ਕਿਸ ਦੇ ਆਸਰੇ ਖੜਾ। ਇਸ ਤਰ੍ਹਾਂ ਧਰਤੀਆਂ ਵੀ ਹੋਰ ਤੇ ਬਲਦ ਵੀ ਹੋਰ। ਜਿਹੜਾ ਸਭ ਤੋਂ ਅਖੀਰਲਾ ਬਲਦ ਹੈ ਸੋ ਉਹਦੇ ਥੱਲੇ ਫਿਰ ਕਿਸ ਦਾ ਜ਼ੋਰ ਹੈ, ਇਹ ਖਿਆਲ ਦੇ ਰਹੇ ਨੇ ਹਜ਼ੂਰ। ਧਰਤੀ ਹੋਰ, ਪਰੇ ਹੋਰ। ਧਰਤੀ ਤੋਂ ਅੱਗੇ ਹੋਰ ਧਰਤੀ, ਅੱਗੇ ਹੋਰ ਧਰਤੀ, ਉਸ ਤੋਂ ਪਰੇ ਹੋਰ, ਤੇ ਹੋਰ ਅੱਗੇ ਬਲਦ, ਹੋਰ ਧਰਤੀਆਂ। ਤਿਸ ਤੇ ਭਾਰ ਤਲੈ ਕਵਣ ਜੋਰ। ਜੋ ਸਭ ਤੋਂ ਅਖੀਰਲਾ ਬਲਦ ਹੈ ਸੋ ਉਸ ਦੇ ਉੱਪਰ ਭਾਰ ਹੈ ਧਰਤੀ ਦਾ, ਪਰ ਉਹਦੇ ਥੱਲੇ ਕਿਸ ਚੀਜ਼ ਦਾ ਜ਼ੋਰ ਹੈ। ਉਸ ਬਲਦ ਦੇ ਥੱਲੇ ਤੇ ਕੋਈ ਜ਼ੋਰ ਨਹੀਂ ਨਾ ਹੋਵੇਗਾ। ਜਿਹੜਾ ਸਭ ਤੋਂ ਅਖੀਰ ਤੇ ਬਲਦ ਖੜਾ, ਸਭ ਤੋਂ ਹੇਠਲੀ ਧਰਤੀ ਜਿਸ ਨੇ ਸਿੰਘਾਂ ਤੇ ਚੱਕੀ ਆ, ਉਹਦੇ ਥੱਲੇ ਤੇ ਕੋਈ ਜ਼ੋਰ ਬਲ ਹੈ ਹੀ ਨਹੀਂ ਜਿਸ ਦੇ ਆਸਰੇ ਉਹ ਖੜ ਸਕਦਾ, ਕੋਈ ਆਸਰਾ ਉਸ ਦਾ ਨਹੀਂ। ਤਾਂ ਹਜ਼ੂਰ ਅੱਗੇ ਕਹਿੰਦੇ ਨੇ ਜੀ ਜਾਤ ਰੰਗਾ ਕੇ ਨਾਵ। ਪਰਮਾਤਮਾ ਦੀ ਇਸ ਕੁਦਰਤ ਅੰਦਰ ਅਨੇਕਾਂ ਰੰਗਾਂ ਦੇ ਤੇ ਅਨੇਕਾਂ ਨਾਵਾਂ ਵਾਲੇ ਜੀ ਹਨ, ਅਨੇਕਾਂ ਜਾਤਾਂ ਵਾਲੇ। ਜਿੰਨੇ ਜੀ ਹਨ ਅਨੇਕਾਂ ਉਹਨਾਂ ਦੀਆਂ ਜਾਤਾਂ, ਵੰਨਗੀਆਂ, ਕਿਸਮਾਂ, ਅਨੇਕਾਂ ਉਹਨਾਂ ਦੇ ਰੰਗ ਤੇ ਵੱਖਰੇ ਵੱਖਰੇ ਨਾਮ ਵੀ ਹਨ ਉਹਨਾਂ ਦੇ। ਸਭਨਾ ਲਿਖਿਆ ਬੁੜੀ ਕਲਾਮ। ਸ੍ਰਿਸ਼ਟੀ ਦੇ ਵਿੱਚ ਪੈਦਾ ਹੋਏ ਸਾਰਿਆਂ ਲੋਕਾਂ ਨੇ ਜਿਹੜੀ ਇੱਕ ਤਾਰ ਚੱਲਣ ਵਾਲੀ ਕਲਮ ਹੈ ਉਹਦੇ ਨਾਲ ਲੇਖਾ ਜੋਖਾ ਲਿਖਿਆ ਤਾਂ ਹੈ। ਜੇ ਕਹੀਏ ਵੀ ਲੇਖਾ ਲਿਖਿਆ ਵਿਦਵਾਨਾਂ ਨੇ, ਬੜੇ ਬੜੇ ਸਿਆਣੇ ਹੋਏ ਨੇ, ਤਾਂ ਇਹੋ ਲੇਖਾ ਲਿਖ ਜਾਣਾ ਕੋਈ। ਇਹ ਜਿਹੜਾ ਲੇਖਾ ਹੈ ਪਰਮੇਸ਼ਰ ਦੀ ਕੁਦਰਤ ਦਾ, ਕੋਈ ਕੌਣ ਹੈ ਜੋ ਲਿਖ ਕੇ ਜਾਣ ਸਕਦਾ, ਜੋ ਲਿਖਣਾ ਜਾਣ ਸਕਦਾ ਕੌਣ ਹੈ। ਦੂਜਾ ਅਰਥ ਇੰਝ ਕੀਤਾ, ਜਿੰਨੇ ਅਨੇਕਾਂ ਰੰਗਾਂ, ਜਾਤਾਂ ਤੇ ਨਾਵਾਂ ਵਾਲੇ ਜੀ ਹਨ, ਸਭਨਾਂ ਦੇ ਮਸਤਕਾਂ ਤੇ ਮੱਥਿਆਂ ਤੇ ਪਰਮਾਤਮਾ ਦੀ ਬੁੜੀ ਮੈਨੇ ਚੱਲਦੀ ਹੋਈ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ। ਬੁੜੀ ਦਾ ਅਰਥ ਹੈ ਚੱਲਦੀ ਹੋਈ, ਅਗੰਮੀ ਕਲਮ ਨੇ ਲਿਖਿਆ ਹੋਇਆ ਲੇਖ। ਇਹ ਲੇਖਾ ਲਿਖ ਜਾਣਾ ਕੋਈ। ਹੋਰ ਕੌਣ ਹੈ ਜਿਹੜਾ ਕੋਈ ਇਹ ਲੇਖਾ ਲਿਖ ਕੇ ਜਾਣ ਸਕਦਾ ਹੋਵੇ। ਜਾਣ ਕੇ ਜੇ ਕੋਈ ਜਾਣਦਾ ਹੋਵੇ ਤੇ ਉਹ ਲਿਖ ਸਕਦਾ, ਇਹਨਾਂ ਤਾਂ ਕੁਛ ਜਾਣਦਾ ਹੀ ਨਹੀਂ। ਕੋਈ ਵਿਅਕਤੀ ਐਸਾ ਕੋਈ ਨਹੀਂ ਹੈ ਜਿਹੜਾ ਇਹਨਾਂ ਲੇਖਾ ਜਾਣ ਸਕੇ। ਜੇ ਜਾਣ ਵੀ ਲਵੇ ਪਰਮਾਤਮਾ ਦੀ ਕੁਦਰਤ ਦਾ ਲੇਖਾ ਜੋਖਾ, ਤਾਂ ਲੇਖਾ ਲਿਖਿਆ ਕੀਤਾ ਹੋਏ। ਹਜ਼ੂਰ ਕਹਿੰਦੇ ਨੇ ਉਹ ਲੇਖਾ ਲਿਖਿਆ ਹੋਇਆ ਕਿੰਨਾ ਕੁ ਜ਼ਿਆਦਾ ਬਣ ਜਾਏਗਾ, ਕਿੰਨੇ ਕਾਗਜ਼, ਮਣਾ ਮੂੰਹ, ਹਜ਼ਾਰਾਂ ਔਰ ਲੱਖਾਂ ਕਰੋੜਾਂ ਮਣ ਉਹ ਕਾਗਜ਼ ਬਣਨਗੇ, ਤੇ ਇਹ ਲੇਖਾ ਫਿਰ ਵੀ ਪੂਰਾ ਨਹੀਂ ਲਿਖਿਆ ਜਾਏਗਾ। ਇਹ ਲੇਖਾ ਜੇ ਕੋਈ ਲਿਖਣ ਲੱਗ ਪਏ ਤੇ ਲਿਖਿਆ ਹੋਇਆ ਕਿੱਡਾ ਕੁ ਵੱਡਾ ਹੋ ਜਾਏਗਾ। ਕੇਤਾ ਤਾਣ ਸਵਾਲਿਹੁ ਰੂਪ। ਕਿੱਡਾ ਕੁ ਵੱਡਾ ਪਰਮਾਤਮਾ ਦਾ ਤਾਣ ਹੈ, ਬਲ ਹੈ, ਜ਼ੋਰ ਹੈ, ਤਾਕਤ ਹੈ ਵਾਹਿਗੁਰੂ ਦੀ, ਔਰ ਕਿੱਡਾ ਕੁ ਸਵਾਲਿਹੁ ਸੁੰਦਰ ਸਰੂਪ ਹੈ ਵਾਹਿਗੁਰੂ ਜੀ ਦਾ।
ਕੀਤੀ ਦਾਤ ਜਾਣੈ ਕੌਣ ਕੂਤ। ਕੂਤ ਦਾ ਅਰਥ ਹੈ ਅੰਦਾਜ਼ਾ, ਮਾਪ, ਮਿਣਤੀ। ਕਿੱਡੀ ਕੁ ਵੱਡੀ ਪ੍ਰਮਾਤਮਾ ਦੀ ਦਾਤ ਹੈ, ਜਿੰਨੀ ਇਹ ਕੁਦਰਤ ਹੈ, ਵਾਹਿਗੁਰੂ ਦੀ ਦਾਤ ਹੈ। ਕੋਈ ਜੀਵ ਕਿਸੇ ਨੂੰ ਭੋਗ ਖਾ ਰਿਹਾ, ਕੋਈ ਕਿਸੇ ਨੂੰ ਖਾ ਰਿਹਾ, ਕੋਈ ਕਿਸੇ ਨੂੰ ਖਾ ਰਿਹਾ, ਕਿਸੇ ਦੀ ਖੁਰਾਕ ਕੁਛ, ਕਿਸੇ ਦੀ ਕੁਛ। ਇਹ ਸਾਰੀ ਉਸ ਪ੍ਰਮਾਤਮਾ ਦੀ ਦਾਤ ਹੈ। ਤੇ ਇਸ ਦਾਤ ਨੂੰ, ਇਸ ਦੇ ਅੰਦਾਜ਼ੇ ਨੂੰ ਕੌਣ ਜਾਣ ਸਕਦਾ? ਕੂਤ ਦਾ ਅਰਥ ਭਾਵੇਂ ਕੁੱਤਾ ਵੀ ਕੀਤਾ, ਵੀ ਕੌਣ ਕੁੱਤਾ ਜੋ ਜਾਣ ਸਕਦਾ ਹੈ, ਪਰ ਅਸਲ ਵਿੱਚ ਕੂਤ ਦਾ ਅਰਥ ਮੇਨ ਜਿਹੜਾ ਉਹ ਹੈ ਅੰਦਾਜ਼ਾ, ਮਾਪਣਾ ਕਿਸੇ ਚੀਜ਼ ਨੂੰ। ਇਹ ਕਿੰਨਾ ਕੁ ਅੰਦਾਜ਼ਾ, ਕਿੱਡਾ ਕੁ ਵੱਡੀ ਕੁਦਰਤ ਹੈ ਪ੍ਰਮਾਤਮਾ ਦੀ, ਉਸ ਅੰਦਾਜ਼ੇ ਨੂੰ ਕੌਣ ਜਾਣ ਸਕਦਾ? ਕੀਤਾ ਪਸਾਓ ਇੱਕੋ ਕਵਾਓ। ਹਜ਼ੂਰ ਕਹਿੰਦੇ ਨੇ ਉਸ ਪ੍ਰਮਾਤਮਾ ਨੇ ਜਿਹੜਾ ਇਹ ਪਸਾਓ ਪਸਾਰਾ ਕੀਤਾ ਹੈ, ਕਿਵੇਂ ਕੀਤਾ? ਇੱਕ ਹੀ ਕਵਾਓ ਵਾਕ ਤੋਂ। ਹਜ਼ੂਰ ਦਸਮ ਪਾਤਸ਼ਾਹ ਕਹਿੰਦੇ ਨੇ, ਪ੍ਰਥਮੈ ਓੰਕਾਰ ਤਿਨ ਕਹਾ, ਸੋ ਧੁਨ ਪੂਰ ਜਗਤ ਮੋਰਾਹਾ। ਅਰਬਦ ਨਰਬਦ ਧੁੰਦੂਕਾਰਾ, ਧਰਨ ਨ ਗਗਨਾ ਹੁਕਮ ਅਪਾਰਾ। ਅਰਬਾਂ ਖਰਬਾਂ ਸਾਲ ਧੁੰਦੂਕਾਰ ਰਿਹਾ, ਧੁੰਦ ਸੀ, ਹੋਰ ਕੁਛ ਨਹੀਂ ਸੀ। ਫਿਰ ਸਾਰੇ ਧਰਮਾਂ ਦੇ ਰਹਿਬਰਾਂ ਨੇ ਕਿਹਾ ਕਿ ਇੱਕ ਆਵਾਜ਼ ਪੈਦਾ ਹੋਈ, ਇੱਕ ਸ਼ਬਦ ਗੂੰਜਿਆ ਹੈ, ਤੇ ਉਸ ਤੋਂ ਬਾਅਦ ਸਾਰਾ ਪਸਾਰਾ ਬਣਿਆ। ਸਾਇੰਟਿਸਟ, ਵਿਗਿਆਨੀ ਲੋਕ ਵੀ ਆਪਣੀ ਖੋਜ ਕਰਦੇ ਕਰਦੇ ਇੱਥੋਂ ਤੱਕ ਪਹੁੰਚ ਗਏ ਨੇ ਕਿ ਇੱਕ ਆਵਾਜ਼ ਹੋਈ ਸੀ, ਇੱਕ ਸ਼ਬਦ ਹੋਇਆ ਸੀ, ਤੇ ਉੱਥੋਂ ਹੀ ਪਸਾਰਾ ਸਾਰਾ ਪਸਰਿਆ, ਉਦੋਂ ਬਾਅਦ ਹੀ ਸਭ ਕੁਝ ਬਣਿਆ। ਪਰ ਇਹ ਨਹੀਂ ਉਹ ਜਾਣ ਸਕਦੇ ਕਿ ਉਹ ਆਵਾਜ਼ ਕਿਸ ਨੇ ਪ੍ਰਗਟ ਕੀਤੀ। ਭਾਵ ਪਰਮਾਤਮਾ ਦੇ ਬਾਰੇ ਜਾਣਕਾਰੀ ਤਾਂ ਉਹ ਨਹੀਂ ਰੱਖ ਸਕਦੇ। ਧਰਮ ਦੀ ਦੁਨੀਆ ਵਿੱਚ ਇਹ ਮੰਨਿਆ ਗਿਆ ਹੈ, ਵੱਖਰੇ ਵੱਖਰੇ ਧਰਮਾਂ 'ਚ ਸ਼ਬਦ ਭਾਵੇਂ ਵੱਖਰੇ ਵੱਖਰੇ ਦੱਸੇ ਗਏ ਨੇ। ਜਿਸ ਤਰ੍ਹਾਂ ਇਸਲਾਮ ਨੇ ਕੁਨ ਸ਼ਬਦ ਕਿਹਾ, ਤੇ ਹਿੰਦੁਸਤਾਨ ਵਿੱਚ ਜਿਹੜੇ ਮਤ ਨੇ ਵੱਖਰੇ ਵੱਖਰੇ, ਕਿਸੇ ਨੇ ਓ ਨਮ, ਓ ਨਮੋ, ਓੰਗ ਆਦਿਕ। ਸਤਿਗੁਰੂ ਨਾਨਕ ਦੇਵ ਜੀ ਨੇ ਕਿਹਾ, ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਨ ਚਿਤ, ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮੈ। ਓ ਨਮ ਅੱਖਰ ਸੁਣੋ ਵਿਚਾਰ, ਇਸ ਪ੍ਰਕਾਰ ਓ ਨਮ ਅੱਖਰ ਤ੍ਰਿਭਵਨ ਸਾਰ। ਇਹ ਜਿਹੜਾ ਓ ਨਮ ਅੱਖਰ ਹੈ, ਇਹ ਤਿੰਨਾਂ ਭਵਨਾਂ ਦਾ ਸਾਰ ਹੈ। ਸਾਰੀ ਸ੍ਰਿਸ਼ਟੀ ਇੱਥੋਂ ਹੀ ਬਣੀ ਹੈ, ਰੱਬ ਦੇ ਨਾਮ ਤੋਂ ਹੀ। ਹਜ਼ੂਰ ਕਹਿੰਦੇ, ਓੰਕਾਰ ਆਦ ਕਥਨੀ ਅਨਾਦ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਜੋ ਅਨਾਦੀ ਬ੍ਰਹਮ ਹੈ, ਜਿਸ ਦਾ ਆਦ ਅੰਤ ਕੋਈ ਨਹੀਂ, ਉਸ ਵਾਹਿਗੁਰੂ ਦੀ ਸਭ ਤੋਂ ਪ੍ਰਥਮ ਪਹਿਲੀ ਕਥਨੀ ਓੰਕਾਰ ਸ਼ਬਦ ਹੈ। ਓੰਕਾਰ ਆਪਣਾ ਨਾਮ ਆਪ ਬੋਲਿਆ। ਇਸਲਾਮ ਵਾਲੇ ਕਹਿੰਦੇ ਨੇ ਉਸਨੇ ਇੱਛਾ ਕੀਤੀ ਕਿ ਮੈਂ ਕੁਛ ਕਰਾਂ। ਫਾਰਸੀ 'ਚ ਕੁਨ ਸ਼ਬਦ ਦਾ ਅਰਥ ਹੈ ਕਰਨਾ। ਵਾਹਿਗੁਰੂ ਨੇ ਇੱਛਾ ਕੀਤੀ ਮੈਂ ਕੁਛ ਕਰਾਂ, ਤੇ ਫਿਰ ਉਹਨੇ ਇਹ ਕਰ ਦਿੱਤਾ ਸਾਰਾ ਕੁਝ। ਬਸ ਉਸ ਵਾਹਿਗੁਰੂ ਦੀ ਇੱਛਾ ਵਿੱਚੋਂ ਸਾਰਾ ਸੰਸਾਰ ਪੈਦਾ ਹੋਇਆ। ਹਜ਼ੂਰ ਪੰਚਮ ਪਾਤਸ਼ਾਹ ਕਹਿੰਦੇ ਨੇ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਿਤ ਵੇਦ ਪੁਰਾਣ, ਨਾਮ ਕੇ ਧਾਰੇ ਸੁਰਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ। ਨਾਮ ਦੇ ਹੀ ਬਣਾਏ ਹੋਏ ਨੇ, ਤੇ ਨਾਮ ਦੇ ਹੀ ਧਾਰੇ ਆਸਰੇ ਹਨ। ਹੁਣ ਵੀ ਪਰਮਾਤਮਾ ਦੇ ਨਾਮ ਦੇ ਸਹਾਰੇ ਹੀ ਹੁਣ ਵੀ ਸਾਰਾ ਕੁਝ ਚੱਲ ਰਿਹਾ ਹੈ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਕੀਤਾ ਪਸਾਓ ਇੱਕੋ ਕੁਆਓ। ਕਿੱਡਾ ਕੁ ਵੱਡਾ ਪਰਮਾਤਮਾ, ਜਿਸ ਨੇ ਇੱਕ ਵਾਕ ਤੋਂ ਹੀ ਸਾਰਾ ਐਡਾ ਵੱਡਾ ਪਸਾਰਾ ਪਸਾਰ ਦਿੱਤਾ। ਸਾਨੂੰ ਆਮ ਜੀਆਂ ਨੂੰ ਤੇ ਆਪਣੀ ਧਰਤੀ ਬਾਰੇ ਥੋੜ੍ਹਾ ਬਹੁਤਾ ਗਿਆਨ ਹੈ, ਤੇ ਵਿਗਿਆਨੀ ਖੋਜ ਕਰਦੇ ਕਰਦੇ ਹੁਣ ਇੱਥੋਂ ਤੱਕ ਪਹੁੰਚੇ ਨੇ ਕਿ 1.5 ਲੱਖ ਮੀਲ ਲੰਬੀਆਂ ਧਰਤੀਆਂ ਵੀ, ਜਿਹੜੇ ਗ੍ਰਹਿ ਹਨ ਉੱਪਰ ਅਸਮਾਨ 'ਤੇ ਖੜ੍ਹੇ ਨੇ। ਪਤਾ ਨਹੀਂ ਕਿੰਨੀਆਂ ਕੁ ਗਲੈਕਸੀਆਂ ਹਨ। ਜੇ ਇੱਕ ਇੱਕ ਗਲੈਕਸੀ ਵਿੱਚ ਸਾਡੀਆਂ ਮਾਤਲੋਕ ਵਰਗੀਆਂ ਧਰਤੀਆਂ ਬੇਅੰਤ ਨੇ, ਔਰ ਇਸ ਪ੍ਰਕਾਰ ਕੋਈ ਗਿਣਤੀ ਹਿਸਾਬ ਕਿਤਾਬ ਹੈ ਨਹੀਂ। ਅਜੇ ਤਾਂ ਦੂਰਬੀਨਾਂ ਨਾਲ ਥੋੜ੍ਹਾ ਬਹੁਤਾ ਵੇਖਿਆ ਇਹਨਾਂ ਨੇ, ਪਹੁੰਚਾ ਤੇ ਉੱਥੇ ਨਹੀਂ ਕੋਈ। ਮੰਗਲ 'ਤੇ ਚੰਦ ਗ੍ਰਹਿ 'ਤੇ ਅਜੇ ਤੱਕ ਪਹੁੰਚੇ ਨੇ। ਸੋ ਇਸ ਪ੍ਰਕਾਰ ਇਹ ਏਡਾ ਵੱਡਾ ਪਸਾਰਾ ਇੱਕ ਕੁਆਓ ਵਾਕ ਤੋਂ ਪਰਮਾਤਮਾ ਨੇ ਬਣਾਇਆ। ਤਿਸ ਤੇ ਹੋਏ ਲੱਖ ਦਰਿਆਓ, ਇਹ ਜੀਵਨ ਦੇ ਲੱਖਾਂ ਦਰਿਆ ਉੱਥੋਂ ਚੱਲ ਪਏ। ਇਸ ਸ੍ਰਿਸ਼ਟੀ ਦੇ ਸਾਜਣ ਬਾਰੇ ਇਹਨਾਂ ਸਤਿਗੁਰਾਂ ਨੇ ਕਿਹਾ, ਸਾਚੇ ਤੇ ਪਵਨਾ ਭਇਆ, ਸੱਚੇ ਅਕਾਲ ਪੁਰਖ ਤੋਂ ਫੁਰਨਾ ਹੋਣ ਤੇ ਇੱਕ ਹਵਾ ਬਣੀ। ਹਵਾ ਚੱਲੀ, ਪਵਨ ਤੇ ਜਲ ਹੋਏ। ਫਿਰ ਇਹ ਪਾਉਣ ਤੋਂ ਬਾਅਦ ਹਵਾ, ਜਲ ਬਣ ਗਿਆ ਪਾਣੀ। ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਇਹ ਉਸ ਜਲ ਦੇ ਉੱਪਰ ਮੁੜ ਕੇ ਤਿੰਨੇ ਭਵਨ ਸਾਜ ਦਿੱਤੇ ਵਾਹਿਗੁਰੂ ਨੇ, ਤੇ ਉਹ ਘਟ ਘਟ ਵਿੱਚ ਜਿੰਨੇ ਸਰੀਰ ਹਨ, ਵਾਹਿਗੁਰੂ ਦੀ ਜੋਤ ਵੀ ਪਸਰੀ ਹੋਈ ਹੈ।
ਇਸ ਪ੍ਰਕਾਰ ਹਜੂਰ ਕਹਿੰਦੇ ਨੇ ਇਹ ਲੱਖਾਂ ਜੀਆਂ ਰੂਪੀ ਜਾਂ ਜੀਵਨ ਰੂਪੀ ਲੱਖਾਂ ਜਿਹੜਾ ਜੀਆਂ ਦਾ ਜੀਵਨ ਹੈ ਇਹ ਦਰਿਆ ਚੱਲ ਪਏ ਅੱਗੇ। ਕੁਦਰਤ ਕਵਣ ਕਹਾ ਵਿਚਾਰ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਕੌਣ ਹਾਂ, ਮੇਰੀ ਕੀ ਕੁਦਰਤ ਹੈ। ਸਾਨੂੰ ਨਿਮਰਤਾ ਸਿਖਾ ਰਹੇ ਨੇ ਕਿ ਇਸ ਗੱਲ ਤੇ ਆਉਣਾ ਕਿ ਅਸੀਂ ਤੁਛ ਜੀਵ ਕੁਛ ਵੀ ਨਹੀਂ ਹਾਂ। ਮੇਰੀ ਕੀ ਕੁਦਰਤ, ਕੁਦਰਤ ਮੈਨੇ ਪਾਇਆ ਤਾਕਤ ਕਿ ਮੈਂ ਵਿਚਾਰ ਕਥਨ ਕਰਾਂ ਤੇਰੀ ਇਸ ਕੁਦਰਤ ਬਾਰੇ। ਹੇ ਵਾਹਿਗੁਰੂ, ਮੇਰੀ ਕੀ ਤਾਕਤ ਕਿ ਤੇਰੀ ਕੁਦਰਤ ਦਾ ਵਿਚਾਰ ਮੈਂ ਕਥਨ ਕਰਾਂ ਕਿ ਏਡੀ ਵੱਡੀ ਹੈ, ਇਸ ਤਰ੍ਹਾਂ ਦੀ ਹੈ। ਵਾਰਿਆ ਨਾ ਜਾਵਾ ਏਕ ਵਾਰ, ਮੇਰੀ ਤੇਨੀ ਵੀ ਪਾਇਆ ਨਹੀਂ ਕਿ ਮੈਂ ਇੱਕ ਵਾਰੀ ਵੀ ਤੇਰੇ ਤੋਂ ਸਦਕੇ ਹੋ ਸਕਾਂ। ਦੂਜਾ ਇਸ ਤਰ੍ਹਾਂ ਵੀ ਅਰਥ ਕਰਦੇ ਨੇ ਕਿ ਕਿਉਂ ਨਾ ਮੈਂ ਇੱਕੋ ਵਾਰੀ ਤੇਰੇ ਤੋਂ ਵਾਰਿਆ ਜਾਵਾਂ, ਸਾਰੀਆਂ ਗੱਲਾਂ ਛੱਡ ਕੇ ਮੈਂ ਤੇਰੇ ਤੋਂ ਕੁਰਬਾਨ ਹੋ ਜਾਵਾਂ। ਹਉ ਵਾਰੀ ਹਉ ਵਾਰਣਾ ਕੁਰਬਾਨ ਤੇਰੇ ਨਾਮ ਨੂੰ। ਤੇ ਤੀਸਰਾ ਅਰਥ ਵੀ ਕੀਤਾ ਜਾਂਦਾ ਹੈ ਕਿ ਵਾਹਿਗੁਰੂ ਤੇਰੇ ਤੇ ਇੱਕ ਵਾਰ, ਵਾਰ ਦਾ ਅਰਥ ਹੈ ਵਾਲ, ਵਾਲ ਤੋਂ ਮਤਲਬ ਇੱਕ ਰੋਮ, ਵਾਰਿਆ ਦਾ ਅਰਥ ਕਰਦੇ ਨੇ ਵਰਣਨ ਕਰਨਾ। ਤੇਰੇ ਤਾਂ ਕੁਦਰਤ ਦੇ ਇੱਕ ਵਾਰ ਰੋਮ ਦਾ ਵੀ, ਤੇਰੇ ਸਰੂਪ ਦੇ ਇੱਕ ਰੋਮ ਦਾ ਵੀ ਵਰਣਨ ਨਹੀਂ ਕੀਤਾ ਜਾ ਸਕਦਾ। ਜੋ ਤੁਧ ਭਾਵੈ ਸਾਈ ਭਲੀ ਕਾਰ। ਇਹੀ ਕਹਿਣਾ ਬਣਦਾ ਕਿ ਵਾਹਿਗੁਰੂ ਜੀ ਜਿਹੜੀ ਕਾਰ, ਜਿਹੜਾ ਕੰਮ ਕਾਜ ਤੁਹਾਨੂੰ ਭਾਵੈ ਚੰਗਾ ਲੱਗਦਾ ਹੈ, ਸਾਈ ਭਲੀ ਕਾਰ, ਉਹੀ ਕਾਰ ਭਲੀ ਹੈ। ਭਾਵ ਤੇਰੇ ਹੁਕਮ ਦੇ ਅੰਦਰ ਪ੍ਰਸੰਨ ਰਹਿਣਾ ਚਾਹੀਦਾ। ਜੋ ਤੁਹਾਨੂੰ ਪਾਉਂਦਾ ਉਹ ਚੰਗਾ, ਕਿਉਂਕਿ ਸਾਨੂੰ ਇੰਨੀ ਸਿਆਣਪ ਨਹੀਂ। ਇੱਕ ਮਿਸਾਲ ਦਿਆ ਕਰਦੇ ਨੇ ਸਿਆਣੇ ਕਿ ਦੋ ਆਦਮੀ ਲਸੂੜੇ ਦੇ ਦਰਖਤ ਦੀ ਛਾਵੇਂ ਲੇਟੇ ਹੋਏ ਸੀ। ਇੱਕ ਨੇ ਕਿਹਾ ਕਿ ਪ੍ਰਮਾਤਮਾ ਵੀ ਕਿਹੋ ਜਿਹੀਆਂ ਖੇਡਾਂ ਵਰਤਾਉਂਦਾ, ਚੰਗੇ ਕੰਮ ਨਹੀਂ ਉਹ ਕਰਦਾ। ਵੇਖੋ ਐਡਾ ਵੱਡਾ ਬਿਰਸ਼ ਤੇ ਇਹਨੂੰ ਫਲ ਨਿੱਕੇ ਨਿੱਕੇ ਲਸੂੜੇ ਲੱਗੇ ਹੋਏ ਨੇ। ਉਹ ਵੇਖੋ ਸਾਹਮਣੇ ਜੋ ਵੇਲ ਹੈ, ਧਰਤੀ ਤੇ ਵੱਲ ਹੈ, ਉਸ ਵੱਲ ਨੂੰ ਮੋਟੇ ਮੋਟੇ ਹਦਵਾਣੇ ਲਾ ਛੱਡੇ ਨੇ ਤੇ ਦਰਖਤ ਐਡਾ ਵੱਡਾ ਤੇ ਉੱਤੇ ਲਸੂੜੇ ਨਿੱਕੇ ਨਿੱਕੇ। ਦੂਸਰਾ ਗੁਰਮੁਖ ਸੀ, ਉਹ ਕਹਿਣ ਲੱਗਾ ਜੋ ਕੁਝ ਵਾਹਿਗੁਰੂ ਜੀ ਕਰਦੇ ਨੇ ਸਹੀ ਹੈ, ਕੋਈ ਗਲਤ ਨਹੀਂ, ਸਾਡੀ ਸਮਝ ਤੋਂ ਬਾਹਰ ਹੈ। ਪਰ ਉਹ ਮੰਨਿਆ ਨਾ, ਬਹਿਸ ਕਰਦਾ ਸੀ ਤੇ ਨੀਂਦ ਆ ਗਈ, ਸੌਂ ਗਏ। ਤੇ ਇੰਨੇ ਚਿਰ ਨੂੰ ਉੱਪਰੋਂ ਇੱਕ ਲਸੂੜਾ ਫਲ ਜਿਹੜਾ ਸੀ ਉਹ ਟੁੱਟ ਕੇ ਉਹਦੇ ਨੱਕ ਤੇ ਡਿੱਗਾ। ਦੂਸਰੇ ਨੇ ਦੇਖਿਆ ਸੀ, ਉਹ ਕਹਿਣ ਲੱਗਾ ਵੀ ਵੇਖ, ਜੇ ਉੱਪਰ ਹਦਵਾਣੇ ਲੱਗੇ ਹੁੰਦੇ ਉਹ ਟੁੱਟ ਕੇ ਤੇਰੇ ਨੱਕ ਤੇ ਡਿੱਗਦਾ, ਤੇਰਾ ਮੂੰਹ ਭੱਜ ਜਾਣਾ ਸੀ, ਤੇਰਾ ਨੱਕ ਹੀ ਟੁੱਟ ਸਕਦਾ ਸੀ। ਫਿਰ ਮੰਨਿਆ, ਕਹਿਣ ਲੱਗਾ ਹਾਂ। ਸੋ ਇਸ ਪ੍ਰਕਾਰ ਕਈ ਵਾਰੀ ਜੋ ਮਨੁੱਖੀ ਬੁੱਧੀ ਹੈ, ਉਸ ਬੁੱਧੀ ਤੋਂ ਬਾਹਰ ਦੇ ਕਰਤੱਵ ਹਨ ਵਾਹਿਗੁਰੂ ਦੇ। ਜਿਵੇਂ ਸਮੁੰਦਰ ਦੇ ਵਿੱਚ ਮੀਂਹ ਪੈ ਰਿਹਾ ਹੋਵੇ, ਬਾਹਰ ਖੁਸ਼ਕ ਧਰਤੀ ਤੇ ਮੀਂਹ ਨਹੀਂ ਪੈ ਰਿਹਾ, ਤੇ ਕੋਈ ਵੀ ਮਨੁੱਖ ਕਹਿ ਸਕਦਾ ਵੀ ਇਹ ਕੀ ਗੱਲ, ਜਿੱਥੇ ਪਹਿਲਾਂ ਹੀ ਇੰਨਾ ਪਾਣੀ ਲਬਾਲਬ ਭਰਿਆ ਸਮੁੰਦਰ, ਉੱਥੇ ਰੱਬ ਮੀਂਹ ਪਾਈ ਜਾਂਦਾ, ਜਿੱਥੇ ਲੋੜ ਹੈ ਖੁਸ਼ਕ ਧਰਤੀ ਤੇ ਮੀਂਹ ਨਹੀਂ ਪਾ ਰਿਹਾ, ਹੈ ਨਾ ਪੁੱਠੇ ਕੰਮ। ਇਸ ਤਰ੍ਹਾਂ ਮਨਮੁਖ ਕਹਿ ਸਕਦਾ, ਪਰ ਇਹ ਵਾਹਿਗੁਰੂ ਜੀ ਜਾਣਦੇ ਨੇ ਕਿ ਕਿਹਨੂੰ ਕੀ ਕਦੋਂ ਦੇਣਾ, ਕਿਹੜਾ ਕਿਸ ਦਾਤ ਦਾ ਪਾਤਰ ਹੈ। ਦੁੱਖ ਵੀ ਸਾਨੂੰ ਮਿਲੇ ਤੇ ਉਦੋਂ ਵੀ ਅਸੀਂ ਭਲਾ ਕਰਕੇ ਨਹੀਂ ਮੰਨਦੇ ਕਿ ਇਹਨੇ ਰੱਬ ਨੇ ਸਾਨੂੰ ਦੁੱਖ ਕਿਉਂ ਦਿੱਤਾ। ਹੋ ਸਕਦਾ ਕਿ ਉਹ ਦੁੱਖ ਵੀ ਸਾਡੇ ਭਲੇ ਵਾਸਤੇ ਹੋਏ। ਕਿਸੇ ਨੂੰ ਸੁੱਖ ਕਿਉਂ ਦਿੱਤਾ, ਸਾਨੂੰ ਕਿਉਂ ਦੁੱਖ ਦਿੱਤਾ। ਭਾਵ ਭਾਣੇ ਨੂੰ, ਵਾਹਿਗੁਰੂ ਦੀ ਕਾਰ ਨੂੰ, ਰਜਾ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਵਾਲੇ ਵਿਰਲੇ ਹਨ। ਪਰ ਹਜੂਰ ਕਹਿੰਦੇ ਨੇ ਇੰਝ ਹੀ ਕਹਿਣਾ ਬਣਦਾ ਕਿ ਵਾਹਿਗੁਰੂ ਜੀ ਜੋ ਤੁਹਾਨੂੰ ਪਾਉਂਦੀ ਹੈ ਉਹੀ ਕਾਰ ਭਲੀ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਮਾਇਕੀ ਆਕਾਰਾਂ ਤੋਂ ਪਰੇ ਨਿਰਾਕਾਰ, ਜਿਸ ਦਾ ਕੋਈ ਆਕਾਰ ਦਿਖਾਈ ਨਹੀਂ ਦਿੰਦਾ। ਇਹੀ ਔਖਾ ਕੰਮ ਹੈ ਪ੍ਰਮਾਤਮਾ ਨੂੰ ਮੰਨਣਾ। ਜਿਸ ਦਾ ਤੇ ਆਕਾਰ ਦਿਸਦਾ, ਸਰੂਪ ਦਿਸਦਾ, ਉਹਨੂੰ ਤਾਂ ਲੋਕ ਕਹਿਣਗੇ ਵੀ ਆਹ ਚੀਜ਼ ਹੈ। ਜੋ ਦਿਖਾਈ ਨਹੀਂ ਦਿੰਦਾ ਉਸ ਬਾਰੇ ਮੰਨਣਾ ਬਹੁਤ ਕਠਿਨ ਹੈ, ਤਾਂ ਹੀ ਭਗਤੀ ਕਰਨੀ ਔਖੀ ਹੈ। ਇਹ ਵਿਸ਼ਵਾਸ ਕਰਨਾ ਪੈਂਦਾ। ਜਿਹਨੂੰ ਤੁਸੀਂ ਆਪਣਾ ਗੁਰੂ ਸਮਝ ਲਿਆ, ਜਿਸ ਦੇ ਉੱਤੇ ਵਿਸ਼ਵਾਸ ਹੈ ਵੀ ਇਹ ਗਿਆਨਵਾਨ ਹੈ, ਜੋ ਇਹ ਕਹਿ ਰਿਹਾ ਸਹੀ, ਉਹਦੇ ਵਚਨ 'ਤੇ ਵਿਸ਼ਵਾਸ ਕਰਕੇ, ਜੇ ਗੁਰੂ ਨੇ ਕਿਹਾ ਵੀ ਨਿਰੰਕਾਰ ਹੈ ਤੇ ਵਿਸ਼ਵਾਸ ਹੀ ਕਰਕੇ ਇਸ ਮਾਰਗ 'ਤੇ ਚੱਲਣਾ ਪਏਗਾ, ਤੇ ਫਿਰ ਹੀ ਨਿਰੰਕਾਰ ਦੇ ਗਿਆਨ ਦੀ ਪ੍ਰਾਪਤੀ ਹੈ। ਹੋਰ ਚੀਜ਼ਾਂ ਦਾ ਗਿਆਨ ਪਹਿਲਾਂ ਹੁੰਦਾ ਤੇ ਫਿਰ ਯਤਨ ਕਰਕੇ ਪ੍ਰਾਪਤੀ ਹੁੰਦੀ ਹੈ, ਪਰ ਪ੍ਰਮਾਤਮਾ ਬਾਰੇ ਪਹਿਲਾਂ ਗਿਆਨ ਨਹੀਂ ਹੁੰਦਾ। ਨਿਰਾਕਾਰ ਹੈ ਵਾਹਿਗੁਰੂ। ਹੇ ਵਾਹਿਗੁਰੂ ਤੂੰ ਸਦਾ ਸਲਾਮਤ ਅਸਥਿਤ ਹੈ, ਸਦੀਵੀ ਹੈ, ਟਿਕਿਆ ਰਹਿਣ ਵਾਲਾ, ਸਦਾ ਸਥਿਰ ਰਹਿਣ ਵਾਲਾ ਸਰੂਪ ਹੈ। ਅਗਲੀ ਪੌੜੀ ਵਿੱਚ ਸਤਿਗੁਰੂ ਬਚਨ ਕਰ ਰਹੇ ਨੇ, ਅਸੰਖ ਜਪ ਅਸੰਖ ਭਾਉ। ਪਰਮਾਤਮਾ ਦੀ ਸ੍ਰਿਸ਼ਟੀ ਵਿੱਚ ਜਿਹੜੇ ਅਨੇਕਾਂ ਤਰ੍ਹਾਂ ਦੇ
ਰਜੋਗੁਣੀ, ਤਮੋਗੁਣੀ, ਸਤੋਗੁਣੀ ਲੋਕ ਹਨ। ਵੱਖਰਾ ਵੱਖਰਾ ਵਰਣਨ ਸਤਿਗੁਰੂ ਜੀ ਉਸ ਸ੍ਰਿਸ਼ਟੀ ਦਾ ਕਰ ਰਹੇ ਨੇ। ਧਾਰਮਿਕ ਲੋਕਾਂ ਬਾਰੇ ਹਜ਼ੂਰ ਕਹਿ ਰਹੇ ਨੇ ਕਿ ਅਸੰਖ ਅਣਗਿਣਤ ਹੀ ਲੋਕ ਜਪ ਕਰਨ ਵਾਲੇ ਨੇ। ਅਣਗਿਣਤ ਤਰ੍ਹਾਂ ਦਾ ਜਪ ਹੈ। ਕੋਈ ਕਿਸ ਦਾ ਮੰਤਰ ਜਪ ਰਿਹਾ, ਕੋਈ ਹਨੂਮਾਨ ਦਾ, ਕੋਈ ਗਣੇਸ਼ ਦਾ, ਕੋਈ ਕਿਸੇ ਹੋਰ ਦਾ। ਅਨੇਕਾਂ ਜਪ ਵੀ ਅਨੇਕਾਂ ਤਰ੍ਹਾਂ ਦੇ ਨੇ ਤੇ ਜਪ ਕਰਨ ਵਾਲੇ ਵੀ ਅਨੇਕਾਂ ਤਰ੍ਹਾਂ ਦੇ। ਅਸੰਖ ਭਾਉ, ਅਣਗਿਣਤ ਤਰ੍ਹਾਂ ਦਾ ਭਾਉ ਪ੍ਰੇਮ ਹੈ ਸ੍ਰਿਸ਼ਟੀ ਅੰਦਰ। ਕੋਈ ਪਤੀ ਪਤਨੀ ਨੂੰ ਪ੍ਰੇਮ ਕਰਦਾ, ਕੋਈ ਪਤਨੀ ਪਤੀ ਨੂੰ, ਕੋਈ ਪਿਓ ਪੁੱਤ ਨੂੰ, ਪੁੱਤ ਮਾਂ ਨੂੰ, ਕੋਈ ਕਿਸੇ ਨਾਲ ਪ੍ਰੇਮੀ ਨਾਲ, ਇਤਿਆਦਿਕ ਅਨੇਕਾਂ ਤਰ੍ਹਾਂ ਦਾ ਭਾਵ ਹੈ। ਭਾਵਨਾ ਜਿਹੜੀ ਅੰਦਰ ਦੀ ਅਨੇਕਾਂ ਤਰ੍ਹਾਂ ਦੀ ਹੈ। ਅਨੇਕਾਂ ਤਰ੍ਹਾਂ ਦੇ ਲੋਕ ਹਨ ਜਿਹੜਾ ਉਹ ਪ੍ਰੇਮ ਕਰਨ ਵਾਲੇ ਨੇ, ਔਰ ਅਣਗਿਣਤ ਐਸੇ ਵੀ ਹਨ ਜੋ ਵਾਹਿਗੁਰੂ ਦੇ ਨਾਲ ਭਾਵ ਨਹੀਂ ਰੱਖਣ ਵਾਲੇ ਨੇ, ਪ੍ਰੇਮ ਕਰਨ ਵਾਲੇ ਹਨ। ਅਸੰਖ ਪੂਜਾ ਅਸੰਖ ਤਪ ਤਾਓ, ਅਣਗਿਣਤ ਤਰ੍ਹਾਂ ਦੀ ਪੂਜਾ ਤੇ ਅਣਗਿਣਤ ਤਰ੍ਹਾਂ ਦੀ ਪੂਜਾ ਕਰਨ ਵਾਲੇ ਲੋਕ ਨੇ। ਅਣਗਿਣਤ ਹੀ ਤਪੱਸਿਆ ਹੈ ਤੇ ਅਣਗਿਣਤ ਹੀ ਤਪੱਸਿਆ ਤਾਓ ਕਰਨ ਵਾਲੇ ਨੇ। ਤਪੱਸਿਆ ਦੇ ਤਾਓ ਨੂੰ ਝੱਲਣ ਵਾਲੇ ਆਪਣੇ ਸਰੀਰ ਤੇ ਅਸੰਖ ਗ੍ਰੰਥ ਮੁਖ ਵੇਦ ਪਾਠ, ਅਣਗਿਣਤ ਹੀ ਗ੍ਰੰਥ ਬਣੇ ਹੋਏ ਨੇ। ਵੇਦ ਕੇਵਲ 4 ਨਹੀਂ, ਵੈਸੇ ਤਾਂ ਸਨਾਤਨ ਮਤ ਵਿੱਚ ਰਿਗ ਵੇਦ, ਸ਼ਿਆਮ ਵੇਦ ਔਰ ਯਜੁਰਵੇਦ ਤੇ ਅਥਰਵਣ ਵੇਦ 4 ਹੀ ਹਨ। ਉਹਨਾਂ ਨੂੰ ਵੱਡੇ ਗ੍ਰੰਥਾਂ ਨੂੰ ਵੇਦ ਕਿਹਾ ਜਾਂਦਾ। ਪਰ ਵੇਦ ਦੇ ਜਦੋਂ ਅਰਥ ਲੱਭੀਦੇ ਨੇ ਤਾਂ ਵੇਦ ਦਾ ਅਰਥ ਹੈ ਦੈਵੀ ਗਿਆਨ। ਦੈਵੀ ਗਿਆਨ ਵਾਲੇ ਜਿਹੜੇ ਗ੍ਰੰਥ ਨੇ, ਅਧਿਆਤਮਿਕ ਗਿਆਨ ਜਿਨ੍ਹਾਂ 'ਚ ਲਿਖਿਆ, ਧਾਰਮਿਕ ਗਿਆਨ ਲਿਖਿਆ, ਪਰਮਾਰਥਿਕ ਗਿਆਨ ਲਿਖਿਆ, ਉਹਨਾਂ ਨੂੰ ਵੇਦ ਕਿਹਾ ਜਾਂਦਾ। ਅਣਗਿਣਤ ਗ੍ਰੰਥ ਨੇ ਤੇ ਅਣਗਿਣਤ ਲੋਕ ਉਹਨਾਂ ਗ੍ਰੰਥਾਂ ਦਾ, ਵੇਦ ਸ਼ਾਸਤਰਾਂ ਦਾ ਮੁੱਖ ਤੋਂ ਪਾਠ ਕਰਨ ਵਾਲੇ, ਦੈਵੀ ਗਿਆਨ ਵਾਲੇ ਗ੍ਰੰਥਾਂ ਦਾ ਮੁੱਖ ਤੋਂ ਪਾਠ ਪਠਨ ਕਰਨ ਵਾਲੇ, ਪੜ੍ਹਨ ਵਾਲੇ। ਅਸੰਖ ਜੋਗ ਮਨ ਰਹਿ ਹੈ ਉਦਾਸ, ਅਣਗਿਣਤ ਲੋਕ ਜਿਹੜੇ ਯੋਗ ਕਰਨਾ ਚਾਹੁੰਦੇ ਨੇ। ਯੋਗ ਦਾ ਅਸਲ ਅਰਥ ਤਾਂ ਹੈ ਜੁੜਨਾ, ਜੁੜਨ ਦੇ ਯਤਨ ਵਿੱਚ ਨੇ। ਜਾਂ ਅਣਗਿਣਤ ਹੀ ਯੋਗਾ ਅਭਿਆਸ ਕਰਨ ਵਾਲੇ, ਜਿਹੜਾ ਗੋਰਖਨਾਥ ਆਦਿਕ ਦਾ ਮਤ ਹੈ, 12 ਪੰਥ ਨੇ ਵੈਸੇ ਯੋਗੀਆਂ ਦੇ, ਉਹ ਸਰੀਰਕ ਤੌਰ 'ਤੇ ਸੰਸਾਰ ਦਾ ਤਿਆਗ ਕਰਕੇ ਜੰਗਲਾਂ 'ਚ ਗੁਫਾ 'ਚ ਰਹਿ ਕੇ ਤੇ ਹੱਠ ਯੋਗ ਕਰਕੇ ਪ੍ਰਮਾਤਮਾ ਜੁੜਨ ਦਾ ਯਤਨ ਕਰਦੇ ਨੇ। ਇਹਨੂੰ ਯੋਗ ਵੀ ਅਣਗਿਣਤ ਤਰ੍ਹਾਂ ਦਾ। ਤੇ ਬੜੇ ਲੋਕ ਸੰਸਾਰ ਦੇ ਵੱਲੋਂ ਮਾਨਸਿਕ ਤੌਰ 'ਤੇ ਆਪਣੇ ਮਨ ਅੰਦਰ ਉਦਾਸ ਰਹਿਣ ਵਾਲੇ ਨੇ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਣਗਿਣਤ ਲੋਕ ਭਗਤ ਹਨ, ਪਰਮਾਤਮਾ ਦੀ ਭਗਤੀ ਕਰਨ ਵਾਲੇ। ਅਣਗਿਣਤ ਹੀ ਗੁਣ ਹਨ ਪਰਮਾਤਮਾ ਦੇ ਤੇ ਉਹਨਾਂ ਪਰਮਾਤਮਾ ਦੇ ਗੁਣਾਂ ਨੂੰ ਵਿਚਾਰਨ ਵਾਲੇ ਵੀ ਅਨੇਕਾਂ ਹਨ। ਗੁਣ ਗਾਉਣ ਵਾਲੇ ਤੇ ਗਿਆਨ ਨੂੰ ਵਿਚਾਰਨ ਵਾਲੇ ਅਥਵਾ ਗਿਆਨ ਦੀ ਪ੍ਰਾਪਤੀ ਵਾਲੇ ਅਣਗਿਣਤ ਹੀ ਵਿਚਾਰਾਂ ਕਰਨ ਵਾਲੇ ਹਨ। ਅਸੰਖ ਸਤੀ ਅਸੰਖ ਦਾਤਾਰ, ਅਣਗਿਣਤ ਲੋਕ ਦਾਨ ਥੋੜ੍ਹਾ ਬਹੁਤਾ ਕਰਕੇ ਆਪਣੇ ਆਪ ਨੂੰ ਸਤੀ ਦਾਨੀ ਕਹਾਉਂਦੇ ਨੇ। ਇੱਥੇ ਹੁਣ ਸਤੀ ਦੇ ਅਰਥ ਇਹ ਵੀ ਲੱਗਣਗੇ ਕਿ ਅਣਗਿਣਤ ਹੀ ਸਤੀਆਂ ਹਨ ਪਤੀਵਰਤਾ ਔਰਤਾਂ। ਪਰ ਕਿਉਂਕਿ ਅੱਗੇ ਦਾਤਾਰ ਸ਼ਬਦ ਹੈ, ਇਸ ਕਰਕੇ ਬਹੁਤਾ ਮੁੱਖ ਅਰਥ ਜਿਹੜਾ ਉਹ ਦਾਨੀਆਂ ਦਾ ਕੀਤਾ ਜਾਂਦਾ। ਅਣਗਿਣਤ ਹੀ ਸਤੀ ਦਾਨੀ ਲੋਕ ਨੇ। ਅਣਗਿਣਤ ਦਾਤਾਰ ਹਨ, ਆਪਣੇ ਆਪ ਨੂੰ ਕਹਾਉਣ ਵਾਲੇ ਕਿ ਅਸੀਂ ਦਾਤਾਰ ਹਾਂ, ਪਰ ਹੈ ਕੋਈ ਨਹੀਂ। ਅਸਲ ਵਿੱਚ ਦਾਤਾਰ ਪ੍ਰਮਾਤਮਾ ਹੀ ਹੈ। ਦਾਨ ਕਰਨਾ ਚਾਹੀਦਾ ਲੋੜਵੰਦਾਂ ਵਾਸਤੇ, ਪਰ ਦਾਨੀ ਜਾਂ ਦਾਤਾਰ ਬਣ ਕੇ ਨਹੀਂ ਬੈਠਣਾ ਚਾਹੀਦਾ। ਹਜ਼ੂਰ ਕਹਿ ਰਹੇ ਨੇ ਕਿ ਅਣਗਿਣਤ ਲੋਕ ਦਾਨੀ ਹਨ, ਅਣਗਿਣਤ ਦਾਤਾਰ ਆਪਣੇ ਆਪ ਨੂੰ ਕਹਾਉਣ ਵਾਲੇ ਨੇ। ਅਸੰਖ ਸੂਰ ਮੋਹ ਪਖਸਾਰ, ਸੂਰ ਦਾ ਅਰਥ ਹੈ ਸੂਰਮੇ। ਅਣਗਿਣਤ ਲੋਕ ਸੂਰਮੇ ਹਨ ਔਰ ਬੜੇ ਬੜੇ ਹਠੀ ਸੂਰਮੇ ਨੇ, ਜਿਹੜੇ ਸਾਰ ਦਾ ਅਰਥ ਹੈ ਲੋਹਾ, ਲੋਹੇ ਨੂੰ ਆਪਣੇ ਮੂੰਹ 'ਤੇ ਭਖਣ ਕਰਦੇ, ਮੂੰਹ 'ਤੇ ਖਾਂਦੇ, ਭਾਵ ਸੱਟਾਂ ਖਾਂਦੇ ਹਨ। ਸ਼ਸਤਰਾਂ ਦੀਆਂ, ਲੋਹੇ ਦੇ ਸ਼ਸਤਰਾਂ ਦੀਆਂ ਸੱਟਾਂ ਆਪਣੇ ਮੂੰਹ 'ਤੇ ਖਾਣ ਵਾਲੇ ਅਣਗਿਣਤ ਸੂਰਮੇ ਵੀ ਹਨ। ਅਸੰਖ ਮੂਨ ਲੈਵ ਲਾਏ ਤਾਰ, ਅਣਗਿਣਤ ਲੋਕ ਜਿਹੜੇ ਕਹਿੰਦੇ ਅਸੀਂ ਮੂਨ ਰੱਖ ਲਿਆ, ਚੁੱਪ ਧਾਰ ਲਈ ਹੈ, ਤੇ ਚੁੱਪ ਧਾਰ ਕੇ ਕਿਸੇ ਗੁਫਾ 'ਚ ਵੜ ਕੇ ਜਿਹੜਾ ਸੁਰਤੀ ਦਾ ਬਿਰਤੀ ਦਾ ਪ੍ਰਵਾਹ ਹੈ, ਤੇਲ ਦੀ ਧਾਰਾਵਤ ਇੱਕ ਰਸ ਤਾਰ ਲਾ ਕੇ, ਲਿਵ ਲਾ ਕੇ ਬੈਠਣ ਦਾ ਯਤਨ ਕਰਦੇ ਨੇ।
ਕੁਦਰਤ ਕਵਣ ਕਹਾ ਵਿਚਾਰ। हे ਵਾਹਿਗੁਰੂ ਜੀ, ਮੈਂ ਕੌਣ ਹਾਂ ਜੋ ਤੇਰੀ ਕੁਦਰਤ ਦੀ ਸਾਰੀ ਵਿਚਾਰ ਕਰ ਸਕਾਂ। ਵਾਰਿਆ ਨਾ ਜਾਵਾਂ ਇੱਕ ਵਾਰ। ਮੈਂ ਤਾਂ ਕਿਉਂ ਨਾ ਇੱਕੋ ਵਾਰੀ ਤੇਰੇ ਤੋਂ ਸਦਕੇ ਹੋ ਜਾਵਾਂ। ਮੈਂ ਤਾਂ ਇੱਕ ਵਾਰ ਵੀ ਤੇਰੇ ਤੋਂ ਸਦਕੇ ਹੋਣ ਜੋਗਾ ਨਹੀਂ। ਜੋ ਤੁਧ ਭਾਵੈ ਸਾਈ ਭਲੀ ਕਾਰ। ਜੋ ਤੁਹਾਨੂੰ ਭਾਉਂਦੀ ਹੈ ਉਹੀ ਕਾਰ ਭਲੀ, ਅੱਛੀ, ਚੰਗੀ ਹੈ। ਤੂੰ ਸਦਾ ਸਲਾਮਤ ਨਿਰੰਕਾਰ। हे ਨਿਰੰਕਾਰ, ਮਾਇਕੀ ਆਕਾਰਾਂ ਤੋਂ ਬਿਨਾਂ ਵਾਹਿਗੁਰੂ ਪਰਮਾਤਮਾ, ਤੁਸੀਂ ਸਦਾ ਸਲਾਮਤ ਰਹਿਣ ਵਾਲੇ ਹੋ। ਸਥਿਤ ਰੂਪ ਹੋ, ਸਦਾ ਇੱਕ ਰਸ ਹੋ। ਤੁਹਾਡੇ ਸਰੂਪ ਵਿੱਚ ਕਦੇ ਤਬਦੀਲੀ ਨਹੀਂ ਆਉਂਦੀ। ਅਸੰਖ ਮੂਰਖ ਅੰਧਕੋਰ। ਅਗਲੀ ਪੌੜੀ ਵਿੱਚ ਸਤਿਗੁਰੂ ਫਿਰ ਜਿਹੜੀ ਤਮੋ ਗੁਣੀ ਸ੍ਰਿਸ਼ਟੀ ਹੈ, ਤਾਮਸੀ ਸੁਭਾਅ ਦੇ ਲੋਕ ਨੇ, ਨੀਵੇਂ ਦਰਜੇ ਦੇ ਲੋਕ, ਉਹਨਾਂ ਦਾ ਜ਼ਿਕਰ ਹੁਣ ਕਰ ਰਹੇ ਨੇ। ਪਹਿਲਾਂ ਹਜੂਰ ਨੇ ਸਤੋ ਗੁਣੀਆਂ ਦਾ ਜ਼ਿਕਰ ਕੀਤਾ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜਿਹੜੇ ਲੋਕ ਤਾਮਸੀ ਹਨ, ਤਿੰਨ ਤਰ੍ਹਾਂ ਦੇ ਗੁਣ ਹਨ ਮਾਇਆ ਦੇ ਵਿੱਚ, ਤਿੰਨ ਤਰ੍ਹਾਂ ਦਾ ਸੁਭਾਅ ਮਾਇਆ ਦਾ, ਤਮੋ ਗੁਣ, ਰਜੋ ਗੁਣ ਤੇ ਸਤੋ ਗੁਣ। ਤਮੋ ਗੁਣ ਦਾ ਅਰਥ ਹੈ ਤਾਮਸੀ ਬਿਰਤੀ, ਤਮਾ ਜਿੱਥੇ ਜ਼ਿਆਦਾ, ਲਾਲਸਾ, ਹਿਰਸ, ਇੱਛਾ ਬਹੁਤੀ ਹੈ ਪਦਾਰਥਾਂ ਦੀ, ਦੁਨਿਆਵੀ ਸੁੱਖਾਂ ਦੀ, ਤੇ ਕੰਮ ਵੀ ਸਾਰੇ ਬੁਰੇ ਕਰਨੇ, ਇਹਨੂੰ ਕਹਿੰਦੇ ਨੇ ਤਮੋ ਗੁਣ। ਤਮੋ ਗੁਣ ਨੂੰ ਵਿਦਵਾਨਾਂ ਨੇ ਕਾਲਾ ਮੰਨਿਆ। ਔਗਣ ਹੀ ਔਗਣ ਹਨ ਜਿੱਥੇ। ਤੇ ਰਜੋ ਗੁਣ ਰਾਜਨੀਤਿਕ ਸੁਭਾਅ, ਰਾਜਸੀ ਸੁਭਾਅ, ਦੁਨੀਆ ਦੇ ਰਾਜ ਸੁੱਖ ਭੋਗਣ ਦੀ ਤਮੰਨਾ। ਇਹ ਦੁਨਿਆਵੀ ਬਿਰਤੀ, ਭਾਵੇਂ ਕੰਮ ਤਾਂ ਚੰਗੇ ਕਰਨੇ ਪਰ ਸੰਸਾਰ ਦੇ ਸੁੱਖਾਂ ਤੋਂ ਅੱਗੇ ਨਹੀਂ ਜਾਣਾ, ਬਿਰਤੀ ਅੱਗੇ ਨਹੀਂ ਜਾਣੀ। ਸਤੋ ਗੁਣੀ ਜਿਹੜੇ ਚੰਗੇ ਕਰਮ ਕਰਦੇ ਨੇ ਪਰ ਪ੍ਰਲੋਕ ਦੇ ਸੁੱਖ ਦੀ ਇੱਛਾ ਰੱਖਦੇ ਨੇ। ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਹੁੰਦੀ ਹੈ ਅਵਸਥਾ, ਚੌਥਾ ਪਦ। ਜਿਹੜੇ ਸੰਤ ਭਗਤ ਨੇ ਉਹ ਆਤਮ ਗਿਆਨੀ ਹੋ ਕੇ ਵੀ ਪਰਉਪਕਾਰ ਦੇ ਕਾਰਜ ਤਾਂ ਕਰਦੇ, ਪਰ ਉਹਨਾਂ ਵਿੱਚ ਇੱਛਾ ਕੋਈ ਨਹੀਂ ਹੁੰਦੀ। ਉਹ ਪਰਮਾਤਮਾ ਦੇ ਰਜ਼ਾ ਵਿੱਚ, ਹੁਕਮ ਅੰਦਰ ਹੀ ਸੁੱਖ ਦੁੱਖ ਜੋ ਵੀ ਆਇਆ ਜਾਂ ਸੁਤੇ ਸਿੱਧ ਜੋ ਕੁਝ ਵੀ ਹੱਥੋਂ ਹੋ ਗਿਆ ਸੋ ਹੋ ਗਿਆ। ਇੱਛਾ ਕੋਈ ਨਹੀਂ ਕਿ ਇਹਦਾ ਫਲ ਸਾਨੂੰ ਮਿਲੇ, ਅਸੀਂ ਸਰੀਰਕ ਤੌਰ 'ਤੇ ਸੁੱਖ ਮਾਣੀਏ। ਉਹ ਚੌਥਾ ਪਦ ਹੈ ਬ੍ਰਹਮ ਵਿੱਚ ਲੀਨ ਹੋਣ ਵਾਲਾ ਮਾਰਗ, ਤਿੰਨਾਂ ਗੁਣਾਂ ਤੋਂ ਉੱਪਰ। ਪਰ ਇੱਥੇ ਸਤਿਗੁਰੂ ਹੁਣ ਮਹਾਰਾਜ ਸਾਰੀ ਸ੍ਰਿਸ਼ਟੀ ਦਾ ਵੱਖਰਾ ਵੱਖਰਾ ਜ਼ਿਕਰ ਕਰ ਰਹੇ ਨੇ। ਅਣਗਿਣਤ ਹੀ ਮੂਰਖ ਅੰਧਕੋਰ, ਬਹੁਤ ਜ਼ਿਆਦਾ ਮੂਰਖ, ਅੰਨੇ, ਅਗਿਆਨ ਦੇ ਵਿੱਚ ਜਿਨ੍ਹਾਂ ਦੇ ਹਿਰਦੇ ਛਾਇਆ ਹੋਇਆ, ਬਹੁਤ ਵੱਡੇ ਮੂਰਖ, ਇੰਜ ਅਰਥ ਕੀਤਾ। ਪਰ ਮਹਾਂਪੁਰਸ਼ਾਂ ਨੇ ਇਸ ਤਰ੍ਹਾਂ ਵੀ ਅਰਥ ਕੀਤਾ ਵੀ ਇੱਕ ਮੂਰਖ ਹੁੰਦਾ, ਇੱਕ ਮੂਰਖ ਅੰਧ ਹੁੰਦਾ, ਇੱਕ ਮੂਰਖ ਅੰਧਕੋਰ ਹੁੰਦਾ। ਇਹ ਸਮਝਾਉਣ ਵਾਸਤੇ ਨਾ ਵਚਨ ਕੀਤਾ ਵੀ ਜਿਵੇਂ ਕੋਈ ਪਰਿਵਾਰ ਸੀ ਮੂਰਖਾਂ ਦਾ ਤੇ ਨਗਰ ਦੇ ਵਿੱਚ ਕੋਈ ਮਰਗ ਹੋ ਗਈ, ਕਿਸੇ ਪਰਿਵਾਰ ਦੇ ਜੀਅ ਦੀ ਹੋ ਗਈ ਮ੍ਰਿਤੂ, ਤੇ ਕਹਿਣ ਲੱਗਾ ਪਿਓ ਜਿਹੜਾ ਸੀ ਆਪਣੇ ਲੜਕੇ ਨੂੰ ਕਿ ਤੂੰ ਜਾ, ਤੇ ਉਹਨਾਂ ਦੇ ਘਰੋਂ ਹੋਇਆ, ਅਫਸੋਸ ਕਰਿਆ। ਉਹ ਚਲਾ ਤਾਂ ਗਿਆ ਪਰ ਜਿਵੇਂ ਗਿਆ ਬੈਠ ਕੇ ਉਸੇ ਤਰ੍ਹਾਂ ਹੀ ਮੁੜ ਆਇਆ। ਕਹਿਣ ਲੱਗੇ ਵੀ ਕੀ ਗੱਲਬਾਤ ਕੀਤੀ? ਕਹਿੰਦਾ ਮੈਂ ਨਹੀਂ ਕੁਛ ਵੀ ਬੋਲਿਆ, ਤੁਸੀਂ ਜਾਣ ਨੂੰ ਕਿਹਾ ਸੀ, ਮੈਂ ਜਾ ਆਇਆ। ਦੂਸਰੇ ਨੂੰ ਕਿਹਾ ਬੇਟਾ ਹੁਣ ਤੂੰ ਜਾ। ਉਹ ਕਹਿਣ ਲੱਗਾ ਮੈਂ ਕੀ ਕਵਾਂਗਾ ਜਾ ਕੇ। ਉਹਦਾ ਪਿਤਾ ਕਹਿਣ ਲੱਗਾ ਜੋ ਕੁਛ ਲੋਕ ਕਹਿੰਦੇ ਹੋਣਗੇ ਉਹ ਕੁਛ ਤੂੰ ਕਹਿਣਾ। ਉਹ ਬੰਦਾ ਜਿਹੜਾ ਮਰਿਆ ਸੀ ਉਹ ਸੀ ਕੁਝ ਸੰਸਾਰੀ ਬਿਰਤੀ ਵਾਲਾ, ਜ਼ਿਆਦਾ ਮਾੜੇ ਕਰਮ ਕਰਨ ਵਾਲਾ, ਤੇ ਉਹ ਜਦੋਂ ਮਰ ਗਿਆ ਸੀ ਤੇ ਹੁਣ ਲੋਕ ਪਿੰਡ ਦੇ ਆਪਸ ਵਿੱਚ ਗੱਲਾਂ ਕਰਦੇ ਸੀ ਰਸਤੇ 'ਚ ਵੀ ਚੰਗਾ ਹੋਇਆ ਮਰ ਗਿਆ, ਟੈਂਟਾ ਮੁੱਕਾ, ਪਿੰਡ 'ਚ ਪੁਆੜਾ ਹੀ ਪਾਈ ਫਿਰਦਾ ਸੀ। ਇਹ ਗੱਲ ਉਹ ਸੁਣ ਗਿਆ ਸੀ ਤੇ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਸਾਹਮਣੇ ਕਹਿਣ ਲੱਗਾ ਵੀ ਮਰਨ ਵਾਲਾ ਜੋ ਮਰ ਗਿਆ ਚੰਗਾ ਹੋਇਆ, ਪੁਆੜੇ ਪਾਈ ਰੱਖਦਾ ਸੀ, ਟੈਂਟਾ ਮੁੱਕਾ, ਖੇੜਾ ਛੋਟਾ, ਪਿੰਡ 'ਚ ਨੇਕੀ ਫੈਲੇਗੀ। ਉਹ ਜੋ ਲੋਕਾਂ ਤੋਂ ਸੁਣਿਆ ਸੀ ਉਹ ਉੱਥੇ ਜਾ ਕੇ ਕਹਿ ਤਾ। ਉਹਨਾਂ ਨੇ ਉਹਨੂੰ ਕੁੱਟਿਆ ਤੇ ਵਾਪਸ ਆਇਆ ਤੇ ਉਹ ਪਿਤਾ ਨੂੰ ਆ ਕੇ ਦੱਸਿਆ ਵੀ ਉਹ ਘਰ ਵਾਲੇ ਤਾਂ ਬਹੁਤ ਨਾਰਾਜ਼ ਹੋਏ, ਮੈਂ ਇੰਜ ਕਿਹਾ ਸੀ। ਫਿਰ ਪਿਤਾ ਕਹਿੰਦਾ ਅੱਛਾ ਹੁਣ ਮੈਂ ਜਾਂਦਾ। ਉਹ ਪਿਤਾ ਜਾ ਕੇ ਕਹਿਣ ਲੱਗਾ ਵੀ ਮੇਰੇ ਮੁੰਡੇ ਦਾ ਨਾ ਮੂਰਖ, ਬੇਵਕੂਫ, ਪਹਿਲਾਂ ਆਇਆ ਤੇ ਕੁਝ ਬੋਲਿਆ ਨਹੀਂ, ਮੁੜ ਗਿਆ। ਦੂਸਰਾ ਆਇਆ ਤੇ ਇਹੋ ਜਿਹੀਆਂ ਗੱਲਾਂ ਕਰ ਗਿਆ, ਮੈਨੂੰ ਅਫਸੋਸ ਆ ਇਸ ਗੱਲ ਦਾ। ਅੱਛਾ ਹੁਣ ਜਦੋਂ ਕੋਈ ਤੁਹਾਡੇ ਘਰ ਮਰਿਆ ਕਰੇਗਾ ਮੈਂ ਆਇਆ ਕਰਾਂਗਾ, ਅਫਸੋਸ ਕਰਨ ਮੈਂ ਖੁਦ ਆਇਆ ਕਰਾਂਗਾ। ਉਹਦੇ ਵੀ ਬਰਖਲਾਫ ਹੋਏ, ਉਹਨੂੰ ਵਿਚਾਰ ਸੁਣਾਈਆਂ। ਇਸ ਪ੍ਰਕਾਰ ਮਹਾਂਪੁਰਸ਼ ਕਹਿੰਦੇ ਪਹਿਲਾ ਜਿਹੜਾ ਸੀ ਉਹ ਬੋਲਿਆ ਨਹੀਂ, ਜੋ ਇਕੱਲਾ ਮੂਰਖ ਸੀ। ਜਿਹੜਾ ਦੂਸਰਾ ਗਿਆ ਉਹ ਮੂਰਖ ਅੰਧ ਸੀ, ਜਿਹੜਾ ਤੀਸਰਾ ਗਿਆ ਉਹ ਮੂਰਖ ਅੰਧ ਘੋਰ ਸੀ, ਤੇ ਬਹੁਤਾ ਨੀਵਾਂ ਦਰਜਾ ਸੀ ਮੂਰਖਾਂ 'ਚ ਉਹਦਾ। ਅਸੰਖ ਚੋਰ ਹਰਾਮ ਖੋਰ। ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਤੇਰੀ ਸ੍ਰਿਸ਼ਟੀ ਵਿੱਚ ਅਣਗਿਣਤ ਲੋਕ ਚੋਰ ਹਨ ਤੇ ਹਰਾਮ ਖੋਰ, ਹੱਕ ਹਲਾਲ ਨੂੰ ਛੱਡ ਕੇ ਦੂਜਿਆਂ ਦੀ ਕਮਾਈ ਖਾਣ ਦੀ ਇੱਛਾ ਰੱਖਣੀ, ਉਹਨੂੰ ਕਹਿੰਦੇ ਹਰਾਮ ਖਾਣਾ।
ਹਲਾਲ ਹੁੰਦਾ ਆਪਣਾ ਹੱਕ ਤੇ ਹਰਾਮ ਹੁੰਦਾ ਬਗਾਨਾ ਹੱਕ ਖਾਣਾ। ਬਗਾਨੇ ਹੱਕ ਨੂੰ ਖਾਣ ਵਾਲੇ ਅਣਗਿਣਤ ਚੋਰ ਹਨ। ਅਸੰਖ ਅਮਰ ਕਰ ਜਾਹੇ ਜੋਰ। ਹੇ ਵਾਹਿਗੁਰੂ, ਅਣਗਿਣਤ ਲੋਕ ਐਸੇ ਹਨ ਜਿਹੜੇ ਆਪਣੇ ਧੱਕੇ ਦੇ ਨਾਲ ਅਮਰ ਆਪਣਾ ਹੁਕਮ ਚਲਾ ਜਾਂਦੇ ਆ ਦੁਨੀਆ ਦੇ ਵਿੱਚ। ਜਿਸ ਤਰ੍ਹਾਂ ਸਿਕੰਦਰ ਸੀ ਜਾਂ ਹਿਟਲਰ 60 ਲੱਖ ਲੋਕਾਂ ਦਾ ਕਾਤਲ ਤੇ ਬਣਿਆ ਤਾਂ ਉਹ ਰਾਜਾ ਸੀ। ਮਾਓ ਸੇ ਤੁੰਗ 2.5-3 ਕਰੋੜ ਲੋਕਾਂ ਦਾ ਕਤਲ ਕੀਤਾ, 2.5-3 ਕਰੋੜ ਉਜਾੜ ਦਿੱਤੇ। ਇਸ ਪ੍ਰਕਾਰ ਜਿਵੇਂ ਚੰਗੇਜ਼ ਖਾਂ ਵਰਗੇ, ਔਰੰਗਜ਼ੇਬ ਵਰਗੇ, ਇਹ ਸਿਕੰਦਰ ਜਿਹੜਾ ਸੀ ਉਹ ਬਸਤੀਆਂ ਦੀਆਂ ਬਸਤੀਆਂ ਉਜਾੜ ਕੇ ਲੰਘਦਾ ਸੀ, ਅੱਗ ਲਾ ਕੇ ਸਾੜ ਜਾਂਦਾ ਸੀ ਆਪਣੀ ਦਹਿਸ਼ਤ ਪਾਉਣ ਲਈ। ਇਸ ਤਰ੍ਹਾਂ ਬਿਨਾਂ ਕਾਰਨ ਤੋਂ ਹੀ ਅਮਰ ਆਪਣਾ ਹੁਕਮ ਚਲਾਉਂਦੇ ਹੋਏ ਜ਼ੋਰ ਧੱਕਾ ਕਰ ਕਰਕੇ ਇੱਥੋਂ ਚਲੇ ਜਾਂਦੇ ਹਨ। ਅਸੰਖ ਗਲ ਵੱਢ ਹੱਤਿਆ ਕਮਾਹੇ। ਅਣਗਿਣਤ ਗਲ ਵੱਢਣ ਵਾਲੇ ਕਾਤਲ ਜਿਹੜੇ ਹੱਤਿਆ ਕਮਾਉਂਦੇ ਨੇ, ਪਾਪ ਕਤਲ ਹੱਤਿਆ ਕਮਾ ਕੇ ਇਸ ਦੁਨੀਆ ਤੋਂ ਖੂਨ ਖਰਾਬਾ ਕਰਕੇ ਜਾਂਦੇ ਹਨ। ਅਸੰਖ ਪਾਪੀ ਪਾਪ ਕਰ ਜਾਹੇ। ਅਣਗਿਣਤ ਹੋਰ ਹਨ ਐਸੇ ਜੀਵ ਜਿਹੜੇ ਹਮੇਸ਼ਾ ਸਾਰੀ ਜ਼ਿੰਦਗੀ ਪਾਪ ਹੀ ਪਾਪ ਕਰਦੇ ਪਾਪੀ ਬਣ ਕੇ ਇਸ ਦੁਨੀਆ ਤੋਂ ਜਾਂਦੇ ਹਨ। ਅਣਗਿਣਤ ਪਾਪੀ ਤੂੰ ਪੈਦਾ ਕੀਤੇ ਹਨ ਵਾਹਿਗੁਰੂ, ਐਸੇ ਜੀਵ ਜੋ ਪਾਪੀ ਹਨ ਤੇ ਪਾਪ ਕਰ ਕਰਕੇ ਇਸ ਦੁਨੀਆ ਤੋਂ ਜਾ ਰਹੇ ਨੇ। ਅਨਸੰਖ ਕੂੜਿਆਰ ਕੂੜੇ ਫਿਰਾਹੇ। ਕੂੜਿਆਰ ਮਤਲਬ ਝੂਠੇ। ਝੂਠੇ ਸੰਸਾਰ ਦੇ ਝੂਠੇ ਪਦਾਰਥਾਂ ਵਿੱਚ ਹੀ ਖਚਤ ਹੋ ਰਹੇ ਨੇ ਤੇ ਝੂਠ ਨਾਲ ਹੀ ਜੁੜੇ ਰਹਿੰਦੇ ਨੇ। ਕੂੜਿਆਰ ਝੂਠੇ ਹਨ ਤੇ ਝੂਠ ਦੇ ਵਿੱਚ ਹੀ ਤੁਰੇ ਫਿਰਦੇ ਹਨ ਦਿਨੇ ਰਾਤ। ਸੱਚ ਦੀ ਗੱਲ ਹੀ ਨਹੀਂ ਉਹਨਾਂ ਦੇ ਪਾਸ, ਸੱਚ ਨਾਲ ਕੋਈ ਲਗਾਅ ਹੀ ਨਹੀਂ ਹੈ, ਸੱਚ ਪਛਾਣਨਾ ਹੀ ਨਹੀਂ ਚਾਹੁੰਦੇ, ਸੱਚ ਪ੍ਰਾਪਤ ਨਹੀਂ ਕਰਨਾ ਚਾਹੁੰਦੇ। ਅਸੰਖ ਮਲੇਸ਼ ਮਲ ਭਖ ਖਾਹੇ। ਅਣਗਿਣਤ ਅਸੰਖ ਸ਼ਬਦ ਕਿੱਥੋਂ ਆਇਆ ਇਹ ਵੀ ਥੋੜ੍ਹਾ ਬੇਨਤੀ ਕਰਦੇ ਹਾਂ। ਹਿੰਦੁਸਤਾਨ ਦੇ ਅੰਦਰ ਜਿਹੜੀ ਗਿਣਤੀ ਕੀਤੀ ਜਾਂਦੀ ਹੈ 1, ਫਿਰ 10, ਫਿਰ 100 ਤੇ 1000, 10,000, ਫਿਰ ਲੱਖ, 10 ਲੱਖ, ਕਰੋੜ, ਕਰੋੜ ਤੋਂ ਅੱਗੇ ਫਿਰ ਅਰਬ, ਖਰਬ, ਨੀਲ, ਪਦਮ ਤੇ ਸੰਖ। ਜਿਵੇਂ ਇੱਥੇ 100 ਤੇ 1000 ਤੇ ਫਿਰ ਮਿਲੀਅਨ ਤੇ ਬਿਲੀਅਨ ਤੇ ਟ੍ਰਿਲੀਅਨ ਇਹਨਾਂ ਦੇਸ਼ਾਂ 'ਚ ਇੰਝ ਹੈ। ਤੇ ਇੰਡੀਆ ਦੇ ਵਿੱਚ ਹਿੰਦੁਸਤਾਨ ਦੇ ਅੰਦਰ ਅਖੀਰਲੀ ਗਿਣਤੀ ਸੰਖ ਹੈ। ਤੇ ਸੰਖ ਤੋਂ ਅੱਗੇ ਜਿਹੜੀ ਗੱਲ ਲੰਘ ਜਾਏ ਫਿਰ ਉਹਨੂੰ ਕਿਹਾ ਜਾਂਦਾ ਅਸੰਖ, ਮਤਲਬ ਅਣਗਿਣਤ, ਜੋ ਗਿਣਤੀ ਵਿੱਚ ਹੀ ਨਹੀਂ ਆਉਂਦਾ, ਗਿਣਤੀ ਮੁੱਕ ਗਈ ਜਿੱਥੇ। ਇਸ ਪ੍ਰਕਾਰ ਹਜ਼ੂਰ ਕਹਿੰਦੇ ਤੇਰੀ ਸ੍ਰਿਸ਼ਟੀ ਵਿੱਚ ਇਹੋ ਜਿਹੇ ਅਗਿਣਤ ਮਲੇਸ਼। ਮਲੇਸ਼ ਸ਼ਬਦ ਕਿੱਥੋਂ ਬਣਿਆ? ਮਲ ਇਛਤੀ ਸਾ ਮਲੇਸ਼ਾ, ਜਿਨ੍ਹਾਂ ਨੂੰ ਮੈਲ ਹੀ ਖਾਣ ਦੀ ਇੱਛਾ ਹੈ। ਮੈਲ ਕੀ ਹੈ? ਪਰਾਇਆ ਹੱਕ, ਪਾਪ ਦੀ ਰੋਟੀ। ਜਿਨ੍ਹਾਂ ਨੂੰ ਮੈਲ ਖਾਣ ਦੀ ਇੱਛਾ ਉਹ ਹੋਏ ਮਲੇਸ਼। ਪਰ ਹਿੰਦੁਸਤਾਨ ਦੇ ਅੰਦਰ ਜਦੋਂ ਇਸਲਾਮ ਧਰਮ ਦੇ ਕੁਝ ਲੋਕਾਂ ਦਾ ਰਾਜ ਹੋਇਆ ਹਿੰਦੁਸਤਾਨ 'ਚ, ਤੇ ਸਨਾਤਨ ਮਤ ਦੇ ਲੋਕ ਇਹਨਾਂ ਮੁਸਲਮਾਨਾਂ ਨੂੰ ਮਲੇਸ਼ ਕਹਿੰਦੇ ਸੀ। ਪਰ ਅੰਦਰ ਵੜ ਕੇ, ਸਾਹਮਣੇ ਨਹੀਂ, ਚੋਰੀ ਛਿਪੇ ਇਹਨਾਂ ਨੂੰ ਮਲੇਸ਼ ਕਹਿੰਦੇ ਸੀ। ਤੇ ਮੁਸਲਮਾਨ ਹਿੰਦੁਸਤਾਨ ਦੇ ਹਿੰਦੂਆਂ ਨੂੰ ਉਹਨਾਂ ਦੇ ਸਾਹਮਣੇ ਜਾਂ ਕਿਸ ਤਰ੍ਹਾਂ ਵੀ, ਕਿਉਂਕਿ ਰਾਜ ਉਹਨਾਂ ਦਾ ਸੀ, ਉਹ ਕਾਫਰ ਕਹਿੰਦੇ ਸੀ। ਕਾਫਰ ਕੁਫਰ ਤੋਂ ਹੀ ਬਣਿਆ ਭਈ ਇਹ ਕਾਫਰ ਲੋਕ ਨੇ, ਜਿਵੇਂ ਨਾਸਤਕ ਲੋਕਾਂ ਨੂੰ ਕਿਹਾ ਜਾਂਦਾ। ਇਹ ਨਹੀਂ ਚੰਗੇ ਅਸੀਂ ਖੁਦਾ ਨੂੰ ਮੰਨਣ ਵਾਲੇ ਹਾਂ, ਇਹ ਪੱਥਰਾਂ ਦੀ ਪੂਜਾ ਕਰਦੇ ਨੇ, ਇਹ ਨਾਸਤਕ ਨੇ, ਇਹ ਕਾਫਰ ਹਨ ਆਦਿਕ। ਪਰ ਸਤਿਗੁਰੂ ਦਾ ਸਿਧਾਂਤ ਇਹ ਨਹੀਂ ਕਿ ਕੋਈ ਸਮੁੱਚਾ ਫਿਰਕਾ ਮਲੇਸ਼ ਹੋਏ ਜਾਂ ਕਾਫਰ ਹੋਏ, ਨਹੀਂ। ਚਾਹੇ ਕਿਸੇ ਮਤ ਵਿੱਚ ਵੀ ਜਨਮ ਹੋਇਆ, ਬਾਹਰੀ ਤੌਰ 'ਤੇ ਧਰਮ ਭਾਵੇਂ ਇਸਲਾਮ ਅਪਣਾਇਆ ਹੋਇਆ, ਭਾਵੇਂ ਸਨਾਤਨ ਮਤ, ਭਾਵੇਂ ਬੁੱਧ ਮਤ, ਭਾਵੇਂ ਸਿੱਖ ਮਤ, ਭਾਵੇਂ ਕੋਈ, ਕਰਮਾਂ ਅਨੁਸਾਰ ਗੱਲ ਨਿਬੜਦੀ ਹੈ। ਹਜ਼ੂਰ ਨੇ ਕਿਹਾ ਕਰਮਾਂ ਉੱਪਰ ਨਿਬੜਿਆ ਜੇ ਲੋਚੈ ਸਭ ਕੋਈ। ਬਾਬਾ ਆਖਿਆ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣ ਨਾ ਢੋਈ। ਇਹ ਮੱਕੇ ਸ਼ਰੀਫ ਜਾ ਕੇ ਜੋ ਬਚਨ ਹਜ਼ੂਰ ਨੇ ਕੀਤੇ ਭਾਈ ਗੁਰਦਾਸ ਨੇ ਲਿਖੇ ਹਨ। ਇਸ ਪ੍ਰਕਾਰ ਅਣਗਿਣਤ ਹੀ ਮੈਲ ਖਾਣ ਦੀ ਇੱਛਾ ਵਾਲੇ ਤੇ ਮਲ ਭਖ ਖਾਹੇ, ਜੋ ਖਾਣਾ ਯੋਗ ਨਹੀਂ ਹੈ ਉਸ ਨੂੰ ਖਾਣਾ। ਬਗਾਨੇ ਦਾ ਹੱਕ ਖਾਣਾ ਵੀ, ਭਾਵੇਂ ਬੜੇ ਸਵਾਦਲੇ 36 ਪ੍ਰਕਾਰ ਦੇ ਵੈਜੀਟੇਰੀਅਨ ਭੋਜਨ ਹੋਣ, ਉਹ ਵੀ ਮੈਲ ਹੈ। ਤੇ ਇਸ ਪ੍ਰਕਾਰ ਹਜ਼ੂਰ ਨੇ ਬਚਨ ਕੀਤਾ ਕਲਯੁਗ ਦੇ ਅੰਦਰ ਕੈਸੀ ਹਾਲਤ ਹੈ, ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ। ਬੋਧੀਆਂ ਮੈਨੇ ਸਿੱਖਿਆ ਦੇਣ ਵਾਲੀਆਂ, ਮਗਰ ਲਾ ਕੇ ਤੋਰਨ ਵਾਲੀਆਂ ਬਣ ਗਈਆਂ ਇਸਤਰੀਆਂ, ਵੀ ਸਾਡੀ ਗੱਲ ਮੰਨੋ, ਆਗੂ ਬਣ ਗਈਆਂ।
ਪੁਰਸ਼ ਹੋਏ ਸਯਾਦ, ਪੁਰਸ਼ ਦਾ ਅਰਥ ਹੈ ਮਰਦ ਹੋਏ ਸਯਾਦ, ਸ਼ਿਕਾਰੀ ਬਣ ਗਏ। ਔਰ ਸੀਲ ਸੰਜਮ ਸੁਚ ਭੰਨੀ, ਕੋਈ ਸੀਲ ਆਚਾਰ ਨਹੀਂ ਰਿਹਾ, ਸੰਜਮ ਨਹੀਂ ਰਿਹਾ, ਸੁਚ ਪਵਿੱਤਰਤਾ ਜੀਵਨ 'ਚ ਨਹੀਂ ਰਹੀ। ਖਾਣਾ ਖਾਜ ਆਹਾਜ, ਜੋ ਨਹੀਂ ਖਾਣ ਦੇ ਯੋਗ ਪਦਾਰਥ ਉਹ ਲੋਕ ਖਾਣ ਲੱਗ ਪਏ। ਸ਼ਰਮ ਗਿਆ ਘਰ ਆਪਣਾ, ਜਿਹੜਾ ਸ਼ਰਮ ਲੱਜਾ ਹੈ, ਭੈੜੇ ਕੰਮਾਂ ਵੱਲੋਂ ਲੱਜਾ ਕਰਨੀ ਜਾਂ ਸਮਾਜ ਵਿੱਚ ਲੱਜਾ ਰੱਖਣੀ, ਪਿਆ ਕਰ ਮੈਂ ਕੀਤਾ ਮੇਰੀ ਨਿੰਦਾ ਹੋਵੇਗੀ, ਕੋਈ ਚੰਗਾ ਨਹੀਂ ਸਮਝੇਗਾ। ਸ਼ਰਮ ਗਿਆ ਘਰ ਆਪਣਾ, ਜਿੱਥੇ ਸ਼ਰਮ ਨਾ ਰਹੀ, ਪੱਤ ਉੱਠ ਚੱਲੀ ਨਾਲ, ਉੱਥੇ ਇੱਜ਼ਤ ਦਾ ਵੀ ਬਿਸਤਰਾ ਵਲੇਟਿਆ ਗਿਆ। ਜਿੱਥੇ ਸ਼ਰਮ ਨਾ ਰਹੇ ਉੱਥੇ ਇੱਜ਼ਤ ਵੀ ਨਹੀਂ ਰਹਿੰਦੀ। ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਪਾਲ, ਇਸ ਜਗਤ ਵਿੱਚ ਕਹਿੰਦੇ ਹੋਰ ਸੱਚਾ ਨਾ ਲੱਭੋ, ਸੱਚਾ ਤਾਂ ਇੱਕ ਵਾਹਿਗੁਰੂ ਹੀ ਹੈ। ਇਸ ਪ੍ਰਕਾਰ ਦੇ ਹਾਲਾਤ ਜਦੋਂ ਬਣੇ ਸੰਸਾਰ ਦੇ, ਤਾਂ ਉਹ ਹਜ਼ੂਰ ਨੇ ਬਚਨ ਕੀਤੇ ਨੇ। ਇਸ ਪ੍ਰਕਾਰ ਅਨੇਕਾਂ ਮੈਲ ਖਾਣ ਦੀ ਇੱਛਾ ਵਾਲੇ ਮਲ ਭਖ, ਜੋ ਨਹੀਂ ਖਾਣ ਦੇ ਯੋਗ ਪਦਾਰਥ, ਪਵਿੱਤਰ ਨਹੀਂ ਹੈ, ਧਰਮ ਦੀ ਕਿਰਤ ਦਾ ਨਹੀਂ ਹੈ, ਉਹਨੂੰ ਭਖਣ ਕਰ ਰਹੇ, ਖਾਈ ਜਾ ਰਹੇ ਹਨ। ਅਸੰਖ ਨਿੰਦਕ ਸਿਰ ਕਰਹਿ ਭਾਰ, ਅਣਗਿਣਤ ਨਿੰਦਕ ਲੋਕ ਪੈਦਾ ਹੋਏ ਨੇ ਸੰਸਾਰ ਵਿੱਚ, ਜੋ ਦੂਸਰਿਆਂ ਦੀ ਨਿੰਦਾ ਕਰ ਕਰਕੇ ਸਿਰ ਤੇ ਭਾਰ ਚੱਕੀ ਜਾਂਦੇ ਨੇ। ਉਹਨਾਂ ਦੇ ਸਿਰ ਤੇ ਭਾਰ ਹੋਈ ਜਾਂਦਾ, ਆਪਣੇ ਸਿਰ ਤੇ ਭਾਰ ਪੰਡਾਂ ਉਠਾਈ ਜਾਂਦੇ ਨੇ ਨਿੰਦਿਆ ਦੀਆਂ। ਹਜ਼ੂਰ ਨੇ ਕਿਹਾ ਹੈ, ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਨ ਨਿੰਦਕਾਂ, ਨਰਕੇ ਘੋਰ ਪਚਨ। ਉਹਨਾਂ ਦੇ ਮੂੰਹ ਕਾਲੇ ਹੋਣਗੇ। ਅਨਹੋਂਦਾ ਭਾਰ ਨਿੰਦਕ ਸਿਰ ਧਰਾ। ਤਾਂ ਇਹ ਵੀ ਹਜ਼ੂਰ ਨੇ ਬਚਨ ਕੀਤਾ ਵੀ ਲੋਕ ਤਾਂ ਇੰਨੇ ਗਿਰ ਗਏ ਨੇ ਵੀ ਆਮ ਸਧਾਰਨ ਜੀਆਂ ਦੀ ਨਿੰਦਾ ਤਾਂ ਕਿਤੇ ਰਹਿ ਗਈ, ਸਾਧੂ ਸੰਤ ਦੀ ਨਿੰਦਿਆ ਕਰਨ ਲੱਗ ਪਏ। ਭਗਤ ਕੀ ਨਿੰਦਾ ਕੰਧ ਸਜਾਵੈ, ਭਗਤ ਕੀ ਨਿੰਦਾ ਨਰਕ ਪੰਚਾਵੈ। ਤਾਂ ਹਜ਼ੂਰ ਨੇ ਕਿਹਾ, ਸਾਧਕਾ ਨਿੰਦਕ ਕੈਸੇ ਤਰੈ, ਸਰਪਰ ਜਨ ਉਹ ਨਰਕ ਹੀ ਪਰੈ। ਭਗਤਾਂ ਦੀ, ਸਾਧੂਆਂ ਦੀ ਨਿੰਦਾ ਸੰਸਾਰ 'ਚ ਹੋ ਰਹੀ ਵੱਡੇ ਪੱਧਰ ਤੇ। ਤਾਂ ਹਜ਼ੂਰ ਕਹਿੰਦੇ ਨੇ, ਗਿਣਤ ਇਹੋ ਜਿਹੇ ਨਿੰਦਕ ਲੋਕ ਨੇ, ਨਿੰਦਿਆ ਕਰਨ ਕਰਕੇ ਆਪਣੇ ਸਿਰ ਤੇ ਭਾਰ ਕਰੀ ਜਾਂਦੇ, ਭਾਰ ਚੜਾਈ ਜਾਂਦੇ। ਨਾਨਕ ਨੀਚ ਕਹਿ ਵਿਚਾਰ, ਦਾਨੇ ਸਿਆਣੇ ਗੁਰਸਿੱਖਾਂ ਨੇ ਜੋ ਸਤਿਗੁਰਾਂ ਦੇ ਪ੍ਰਤੀ ਸ਼ਰਧਾ ਰੱਖਦੇ ਨੇ ਵੀ ਇੰਜ ਤੇ ਅਸੀਂ ਅਰਥ ਨਹੀਂ ਕਰ ਸਕਦੇ ਵੀ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਨੀਚ ਕਹਿ ਰਹੇ ਨੇ। ਇਹ ਸਤਿਗੁਰਾਂ ਦੀ ਵਿਲੱਖਣਤਾ ਹੈ ਵੈਸੇ, ਵੀ ਆਪਣੇ ਆਪ ਨੂੰ ਨਾਨਕ ਨੀਚ ਭਿਖਿਆ ਦਰ ਜਾਚੈ, ਮੈਂ ਦੀਜੈ ਨਾਮ ਵਡਾਈ ਹੈ। ਇੱਥੇ ਵੀ ਹਜ਼ੂਰ ਕਹਿ ਰਹੇ ਨੇ ਕਿ ਮੈਂ ਇਹ ਤੁੱਛ ਜੀ ਵਿਚਾਰ, ਮੈਂ ਤਾਂ ਬਹੁਤ ਨੀਵਾਂ ਹਾਂ। ਇਹ ਸਤਿਗੁਰੂ ਦੀ ਮਹਾਨਤਾ ਹੈ, ਕਿਉਂਕਿ ਬਾਬਾ ਪਹਿਦਾ ਸੱਚਖੰਡ ਨੌਨਿਦ ਨਾਮ ਗਰੀਬੀ ਪਾਈ। ਨੌਨਿਦਾਂ ਰੂਪੀ ਨਾਮ ਤੇ ਗਰੀਬੀ, ਨਿਮਰਤਾ ਸਤਿਗੁਰਾਂ ਨੇ ਪ੍ਰਾਪਤ ਕੀਤੀ। ਕਿਉਂਕਿ ਜੋ ਕੁਝ ਸਾਡੇ ਕੋਲੋਂ ਹੋਣਾ, ਜਿਸ ਤਲ ਤੇ ਸਾਨੂੰ ਪਹੁੰਚਾਉਣਾ, ਉਸ ਤਲ ਤੇ ਆਪ ਖਲੋ ਕੇ ਸਾਡੇ ਨਾਲ ਸਤਿਗੁਰੂ ਜੀ ਇਹ ਬਚਨ ਕਰ ਰਹੇ ਨੇ ਤੇ ਕਦੇ ਆਪਣੇ ਆਪ ਨੂੰ ਵੱਡਾ ਨਾ ਸਮਝ ਲੈਣਾ। ਜੋ ਕੁਛ ਵੀ ਕਰਨਾ, ਜਿਵੇਂ ਭਾਈ ਗੁਰਦਾਸ ਨੇ ਕਿਹਾ, ਕਰਕੇ ਨੀਚ ਸਦਾਵਣਾ, ਤਾਂ ਪ੍ਰਭ ਲੇਖੈ ਅੰਦਰ ਭਾਈ। ਸ਼ੁਭ ਕਰਮ ਕਰਕੇ ਵੀ ਆਪਣੇ ਆਪ ਨੂੰ ਨੀਚ ਸਦਾਉਣਾ ਹੈ, ਤਾਂ ਪ੍ਰਭੂ ਲੇਖੇ ਅੰਦਰ ਪਾਏਗਾ। ਜੇ ਤੂੰ ਕੁਛ ਕਰਕੇ ਬਣ ਬੈਠਾ ਕਿ ਮੈਂ ਕੁਝ ਕੀਤਾ, ਮੈਂ ਕਰਨਹਾਰ ਹਾਂ, ਤਾਂ ਲੇਖੇ ਨਹੀਂ ਪਏਗਾ। ਹੰਕਾਰ ਪ੍ਰਮਾਤਮਾ ਨੂੰ ਨਹੀਂ ਪਾਉਂਦਾ। ਹਰ ਜੀਓ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੈ ਹੈ। ਅਹੰਕਾਰ ਮੋਏ ਸੇ ਵਿਗਤੀ ਗਏ, ਮਰ ਜਨਮ ਹੈ ਫਿਰ ਆਵੈ। ਇੱਥੇ ਸਤਿਗੁਰੂ ਕਹਿ ਰਹੇ ਨੇ, ਹੇ ਵਾਹਿਗੁਰੂ, ਇਹ ਆਪਣੇ ਆਪ ਨੂੰ ਕਹਿੰਦੇ ਨੇ ਕਿ ਦਾਸ ਨੀਚ, ਇਹ ਵਿਚਾਰ ਕਹਿੰਦਾ, ਜਾਂ ਦਾਸ ਇਹ ਅਤ ਨੀਵੇਂ ਦਰਜੇ ਦੀ ਵਿਚਾਰ, ਭਾਵ ਜੋ ਨੀਵੇਂ ਦਰਜੇ ਦੇ ਲੋਕ ਨੇ ਉਹਨਾਂ ਦੀ ਵਿਚਾਰ, ਤੁੱਛ ਜੀ ਵਿਚਾਰ ਇਹ ਕੀਤੀ ਹੈ। ਵਾਰਿਆ ਨਾ ਜਾਵਾ ਇੱਕ ਵਾਰ, ਮੈਂ ਤਾਂ ਇੰਨੀ ਵੀ ਸਮਰੱਥਾ ਨਹੀਂ ਰੱਖਦਾ ਕਿ ਇੱਕੋ ਵਾਰੀ ਤੇਰੇ ਤੋਂ ਸਦਕੇ ਹੋ ਜਾਵਾਂ, ਜਾਂ ਕਿਉਂ ਨਾ ਮੈਂ ਤੇਰੇ ਤੋਂ ਇੱਕੋ ਵਾਰੀ ਵਾਰਿਆ ਜਾਵਾਂ, ਕੁਰਬਾਨ ਹੋ ਜਾਵਾਂ, ਜਾਂ ਤੇਰੀ ਕੁਦਰਤ ਦਾ ਇੱਕ ਵਾਰ ਰੋਮ ਵੀ ਨਹੀਂ ਵਰਣਨ ਹੋ ਸਕਦਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਜਿਹੜੀ ਤੁਹਾਨੂੰ ਪਾਉਂਦੀ ਹੈ ਉਹੀ ਕਾਰ ਅੱਛੀ ਹੈ, ਭਲੀ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਹੈ ਵਾਹਿਗੁਰੂ ਜੀ, ਤੁਸੀਂ ਸਦਾ ਸਲਾਮਤ ਸਥਿਤ ਰਹਿਣ ਵਾਲੇ ਕਾਇਮ ਦਾਇਮ ਸਰੂਪ ਹੋ। ਅਸੰਖ ਨਾਵ ਅਸੰਖ ਥਾਵ। ਹੁਣ ਹਜ਼ੂਰ ਸ੍ਰਿਸ਼ਟੀ ਦਾ ਜ਼ਿਕਰ ਕਰ ਰਹੇ ਨੇ ਵੀ ਜਿੰਨੀ ਇਹ ਸ੍ਰਿਸ਼ਟੀ ਪਰਮਾਤਮਾ ਨੇ ਰਚੀ ਹੈ, ਇਹਦੇ ਵਿੱਚ ਅਣਗਿਣਤ ਹੀ ਨਾਮ ਹਨ ਸ੍ਰਿਸ਼ਟੀ ਦੇ ਜੀਆਂ ਦੇ। ਬੱਚਾ ਜਨਮ ਲੈਂਦਾ, ਨਾਮ ਰੱਖਿਆ ਜਾਂਦਾ।
ਨਾਮਾਂ ਕਰਕੇ ਜਾਣ ਪਛਾਣ ਹੈ ਭਈ ਇਹ ਜਿਹੜਾ ਬੂਟਾ ਹੈ ਇਹ ਨਿੰਮ ਦਾ ਦਰਖਤ ਹੈ, ਇਹ ਖਰਬੂਜੇ ਦੀ ਵੇਲ ਹੈ, ਇਹ ਫਲਾਣੀ ਅਨੇਕਾਂ ਨਾਮ ਬਣਾਏ ਗਏ ਨੇ। ਇਹ ਕਿਰਤਮ ਨਾਮ ਹਨ ਚੀਜ਼ਾਂ ਦੇ, ਔਰ ਇਹਨਾਂ ਚੀਜ਼ਾਂ ਨੇ ਰਹਿਣਾ ਵੀ ਨਹੀਂ ਅਤੇ ਨਾਮ ਵੀ ਨਹੀਂ ਰਹਿਣੇ, ਮਿਟਦੇ ਜਾਂਦੇ, ਨਵੇਂ ਫਿਰ ਹੋਈ ਜਾਂਦੇ ਨੇ। ਇਸ ਪ੍ਰਕਾਰ ਅਣਗਿਣਤ ਹੀ ਨਾਮ ਹਨ, ਅਣਗਿਣਤ ਹੀ ਥਾਵਾਂ ਹਨ। ਅਗੰਮ ਅਗੰਮ ਅਸੰਖ ਲੋ, ਹੇ ਵਾਹਿਗੁਰੂ ਜੀ ਜਿਹੜੇ ਭਵਨ ਤੋਂ ਰਚੇ ਹਨ ਅਣਗਿਣਤ ਹਨ, ਪਹੁੰਚ ਤੋਂ ਪਰੇ ਹਨ, ਨਹੀਂ ਪਹੁੰਚਿਆ ਜਾ ਸਕਦਾ। ਮਨ ਦੀ ਪਹੁੰਚ ਤੋਂ, ਇੰਦਰੀਆਂ ਦੀ ਪਹੁੰਚ ਤੋਂ ਪਰੇ ਅਣਗਿਣਤ ਤੂੰ ਭਵਨ ਪੈਦਾ ਕਰਤੇ। ਲੋ ਦਾ ਅਰਥ ਉੱਪਰ ਜਿਹੜੇ ਸਮਾਨ 'ਚ ਪੁਰੀਆਂ ਹਨ, ਭਵਨ ਹਨ, ਅਣਗਿਣਤ ਹਨ। ਅਸੰਖ ਕਹਿ ਹੈ ਸਿਰ ਭਾਰ ਹੋਏ। ਜੇ ਮਹਾਰਾਜ ਜੀ ਲੋਕ ਅਸੰਖ ਵੀ ਕਹਿੰਦੇ ਨੇ ਨਾ, ਅਸੰਖ ਸ਼ਬਦ ਵੀ ਵਰਤਦੇ ਨੇ, ਤੇ ਇੰਜ ਕਹਿਣ ਨਾਲ ਵੀ ਸਿਰ ਤੇ ਭਾਰ ਹੁੰਦਾ। ਜੋ ਕੁਝ ਤੂੰ ਰਚਿਆ ਹੈ ਉਹ ਬਹੁਤ ਹੀ ਜ਼ਿਆਦਾ ਹੈ। ਅੱਖਰੀ ਨਾਮ ਅੱਖਰੀ ਸਾਲਾ, ਭਾਵੇਂ ਗਿਣਤੀ ਮਿਣਤੀ ਤੋਂ ਪਰੇ ਹੈ, ਪਰ ਫਿਰ ਵੀ ਵਰਣਨ ਕਰਨ ਵਾਸਤੇ ਜਿਵੇਂ ਹਿੰਦਸੇ ਹਨ, ਇਸੇ ਤਰ੍ਹਾਂ ਅੱਖਰ ਵੀ ਲਏ ਗਏ। ਅੱਖਰ ਬਣੇ ਅਤੇ ਅੱਖਰਾਂ ਦੁਆਰਾ ਹੀ ਚੀਜ਼ਾਂ ਵਸਤੂਆਂ ਦੇ ਨਾਮ ਪਏ ਨੇ, ਅਤੇ ਅੱਖਰਾਂ ਦੁਆਰਾ ਹੀ ਵਾਹਿਗੁਰੂ ਜੀ ਸਲਾਹੁਤਾ ਕੀਤੀ ਜਾਂਦੀ ਹੈ ਕਿਸੇ ਦੀ। ਅੱਖਰਾਂ ਦੁਆਰਾ ਹੀ ਤੁਹਾਡਾ ਨਾਮ ਉਚਾਰਨ ਹੁੰਦਾ ਅਤੇ ਅੱਖਰਾਂ ਦੁਆਰਾ ਹੀ ਤੁਹਾਡੀ ਸਿਫਤ ਸਲਾਹ ਹੁੰਦੀ ਹੈ। ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰਾਂ ਦੁਆਰਾ ਵੀ ਹੀ ਸੱਚੇ ਪਾਤਸ਼ਾਹ ਤੇਰਾ ਗਿਆਨ ਹਾਸਲ ਕੀਤਾ ਜਾਂਦਾ, ਵਿਚਾਰਿਆ ਜਾਂਦਾ, ਸਮਝਾਇਆ ਜਾਂਦਾ, ਅਤੇ ਤੇਰੇ ਗੀਤ ਜਸ ਨੂੰ ਗਾਇਆ ਜਾਂਦਾ। ਗੁਣਾਂ ਨੂੰ ਗਾਹ, ਮੈਨੇ ਵਾਕਫੀ, ਇੱਥੇ ਅਰਥੇ ਲੱਗੇਗਾ ਗੁਣਾਂ ਦੇ ਗਾਹਕ ਬਣਨਾ, ਵਾਕਫੀਅਤ ਪ੍ਰਾਪਤ ਕਰ ਲੈਣੀ। ਅੱਖਰੀ ਲਿਖਣ ਬੋਲਣ ਬਾਣ, ਬਾਣ ਬਾਣੀ, ਜਿਹੜੀ ਬੋਲੀ ਹੈ ਉਸ ਬੋਲੀ ਨੂੰ ਵੀ ਸੱਚੇ ਪਾਤਸ਼ਾਹ ਜੀ ਅੱਖਰਾਂ ਦੁਆਰਾ ਲਿਖਿਆ ਜਾਂਦਾ ਅਤੇ ਬੋਲਿਆ ਜਾਂਦਾ। ਅੱਖਰਾਂ ਸਿਰ ਸੰਜੋਗ ਵਖਾਣ, ਅੱਖਰਾਂ ਦੇ ਸਿਰ 'ਤੇ ਹੀ ਜਿਹੜੇ ਸੰਜੋਗ ਹਨ ਉਹ ਵਖਾਣ ਕਥਨ ਕੀਤੇ ਜਾਂਦੇ ਨੇ। ਤੇਰੇ ਵੱਲੋਂ ਜੋ ਦਾਤਾਂ ਮਿਲਦੀਆਂ ਹਨ, ਜੋ ਇੱਕ ਦੂਜੇ ਦਾ ਮਿਲਾਪ ਹੈ, ਇਹਨੂੰ ਸੰਜੋਗ ਕਿਹਾ ਜਾਂਦਾ। ਅਤੇ ਅੱਖਰਾਂ ਦੁਆਰਾ ਹੀ ਇਹ ਵਖਾਣ ਕਥਨ ਹੁੰਦੇ ਹਨ। ਜਿਨ ਇਹ ਲਿਖੇ ਤਿਸ ਸਿਰ ਨਾਹੇ, ਹਜ਼ੂਰ ਕਹਿੰਦੇ ਨੇ ਜਿਸ ਨੇ ਇਹ ਸੰਜੋਗ ਲਿਖੇ ਹਨ ਉਸ ਪ੍ਰਮਾਤਮਾ ਦੇ ਸਿਰ 'ਤੇ ਕੋਈ ਲੇਖ ਨਹੀਂ ਹੈ। ਉਸ ਵਾਹਿਗੁਰੂ ਦੇ ਮਸਤਕ 'ਤੇ ਸਿਰ 'ਤੇ ਕੋਈ ਲੇਖ ਨਹੀਂ। ਸਭਨਾ ਜੀਆਂ ਸਿਰ ਲੇਖ ਧੁਰਾਹੂ, ਬਿਨ ਲੇਖੇ ਨਹੀਂ ਕੋਈ ਜੀਓ। ਆਪ ਅਲੇਖ ਕੁਦਰਤ ਕਰ ਦੇਖੈ, ਹੁਕਮ ਚਲਾਏ ਸੋਈ ਜੀਓ। ਇਸ ਪ੍ਰਕਾਰ ਜਿਸ ਵਾਹਿਗੁਰੂ ਨੇ ਆਪਣੀ ਅਗੰਮੀ ਕਲਮ ਦੁਆਰਾ ਇਹ ਲੇਖ ਲਿਖੇ ਹਨ, ਇਹ ਲਿਖਿਆ ਹਨ, ਅੱਖਰ ਲਿਖੇ ਹਨ ਮਸਤਕ 'ਤੇ ਕਰਮਾਂ ਭਾਗਾਂ ਦੇ ਅਨੁਸਾਰ, ਉਸ ਵਾਹਿਗੁਰੂ ਦੇ ਸਿਰ 'ਤੇ ਇਹ ਨਹੀਂ ਹਨ। ਜਿਵ ਫਰਮਾਏ ਤਿਵ ਤਿਵ ਪਾਹੇ, ਜਿਵੇਂ ਵਾਹਿਗੁਰੂ ਜੀ ਫਰਮਾਨ ਕਰਦੇ, ਹੁਕਮ ਕਰਦੇ ਹਨ, ਉਸੇ ਤਰ੍ਹਾਂ ਉਸੇ ਤਰ੍ਹਾਂ। ਜਿਵ ਤਿਵ ਕਿਵ, ਇੱਥੋਂ ਅੱਗੇ ਬਣੇ ਜਿਉ ਤਿਉ ਕਿਉ। ਵਿਧੀਆਂ ਨਹੀਂ ਲਾਉਣੀ ਚਾਹੀਦੀਆਂ ਬਾਣੀ ਵਿੱਚ ਪਾਠ ਕਰਦਿਆਂ, ਪਰ ਉਹ ਅਰਥ ਉਹੀ ਹੈ ਜਿਉਂ ਤਿਉਂ। ਇਉਂ ਕਹਿ ਰਹੇ ਨੇ ਹਜ਼ੂਰ ਕਿ ਜਿਵ ਫਰਮਾਏ, ਜਿਸ ਤਰ੍ਹਾਂ ਵਾਹਿਗੁਰੂ ਜੀ ਫਰਮਾਨ ਕਰਦੇ ਹਨ ਤਿਸ ਤਰ੍ਹਾਂ ਹੀ ਦਾਤਾਂ ਪ੍ਰਾਪਤ ਕਰਦੇ ਹਨ ਜੀਵ, ਉਸੇ ਤਰ੍ਹਾਂ ਪ੍ਰਾਪਤੀ ਹੁੰਦੀ ਹੈ। ਜੇਤਾ ਕੀਤਾ ਤੇਤਾ ਨਾਉ, ਜਿੰਨਾ ਵੀ ਆਕਾਰ ਜੋ ਵੀ ਕੁਛ ਕੀਤਾ ਪੈਦਾ ਪਰਮਾਤਮਾ ਨੇ, ਤੇਤਾ ਨਾਉ, ਓਡਾ ਵੱਡਾ ਉਹ ਨਾਮ ਹੈ ਉਹਨਾਂ ਚੀਜ਼ਾਂ ਦਾ। ਜਿੰਨਾ ਪ੍ਰਸਾਰਾ ਪਸਾਰਿਆ ਹੈ ਉਹ ਸਾਰਾ ਨਾਮਾਂ ਵਿੱਚ ਹੀ ਹੈ। ਔਰ ਦੂਸਰਾ ਅਰਥ, ਜ਼ਿਆਦਾ ਅਰਥ ਜਿਹੜਾ ਵਿਦਵਾਨਾਂ ਨੇ ਕੀਤਾ, ਉਹਦਾ ਅਰਥ ਹੈ ਵੀ ਤੇਤਾ ਨਾਉ ਸਰੂਪ। ਜਿੰਨਾ ਵੀ ਸੰਸਾਰ ਕੁਦਰਤ ਦਾ ਤੂੰ ਰਚੀ ਹੈ ਇਹ ਤੇਰਾ ਹੀ ਸਰੂਪ ਹੈ, ਕਿਉਂਕਿ ਸਾਰੀ ਸ੍ਰਿਸ਼ਟੀ ਵਿੱਚੋਂ ਤੇਰੇ ਹੀ ਝਲਕਾਰੇ ਪੈ ਰਹੇ ਨੇ। ਵਿਣ ਨਾਵੈ ਨਾ ਹੀ ਕੋ ਥਾਉ, ਤੇਰੇ ਸਰੂਪ ਤੋਂ ਬਗੈਰ ਕੋਈ ਥਾਂ ਨਹੀਂ ਹੈ। ਸਾਰੀ ਸ੍ਰਿਸ਼ਟੀ ਤੇਰਾ ਨਾਮ ਵੀ ਸਮਾਇਆ ਹੋਇਆ। ਸਾਰੀ ਸ੍ਰਿਸ਼ਟੀ ਵਿੱਚ ਜੋ ਦੀਸਾ ਸੋ ਤੇਰਾ ਰੂਪ, ਬਿਨਾਂ ਤੇਰੇ ਨਾਮ ਤੋਂ, ਤੇਰੇ ਸਰੂਪ ਤੋਂ ਕੋਈ ਥਾਂ ਨਹੀਂ ਹੈ। ਕੁਦਰਤ ਕਵਣ ਕਹਾ ਵਿਚਾਰ, ਮੈਂ ਕੌਣ ਹਾਂ ਜੋ ਤੇਰੀ ਕੁਦਰਤ ਦੀ ਵਿਚਾਰ, ਕਿਹੜੀ ਵਿਚਾਰ ਤੇਰੀ ਕੁਦਰਤ ਬਾਰੇ ਮੈਂ ਕਰ ਸਕਾਂ। ਵਾਰਿਆ ਨਾ ਜਾਵਾਂ ਇੱਕ ਵਾਰ, ਕਿਉਂ ਨਾ ਇੱਕੋ ਵਾਰੀ ਸਦਕੇ ਕੁਰਬਾਨ ਹੋ ਜਾਵਾਂ। ਮੇਰੇ ਵਿੱਚ ਤਾਂ ਇੰਨੀ ਵੀ ਸਮਰੱਥਾ ਨਹੀਂ ਕਿ ਇੱਕੋ ਵਾਰੀ ਹੀ ਸਦਕੇ ਹੋ ਜਾਵਾਂ, ਵਾਰਿਆ ਜਾਵਾਂ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੇ ਵਾਹਿਗੁਰੂ ਜੀ, ਜਿਹੜੀ ਕਾਰ ਤੁਹਾਨੂੰ ਭਾਉਂਦੀ ਹੈ ਉਹੀ ਭਲੀ ਅੱਛੀ ਚੰਗੀ ਹੈ।
हे ਮਾਇਕੀ ਆਕਾਰਾਂ ਤੋਂ ਰਹਿਤ ਵਾਹਿਗੁਰੂ ਪ੍ਰਮਾਤਮਾ, ਤੁਸੀਂ ਹੀ ਸਦਾ ਸਲਾਮਤ ਰਹਿਣ ਵਾਲੇ ਹੋ। ਬਾਕੀ ਤੁਹਾਡੀ ਰਚਨਾ ਜਦੋਂ ਤੁਸੀਂ ਸਮਾਪਤ ਕਰੋਗੇ ਹੋ ਜਾਏਗੀ, ਪਰ ਤੁਹਾਨੂੰ ਕੋਈ ਸਮਾਪਤ ਨਹੀਂ ਕਰ ਸਕਦਾ। ਤੁਸੀਂ ਸਦਾ ਸਥਿਤ ਰੂਪ ਹੋ, ਕਾਇਮ ਦਾਇਮ ਸਦੀਵੀ ਹਸਤੀ ਹੋ ਸੱਚੇ ਪਾਤਸ਼ਾਹ ਜੀ। हे ਮਾਇਕੀ ਆਕਾਰਾਂ ਤੋਂ ਰਹਿਤ ਪ੍ਰਮਾਤਮਾ, ਇੱਥੋਂ ਤੱਕ ਇਹ ਅੱਜ 4 ਪੌੜੀਆਂ ਦੀ ਵਿਚਾਰ ਆਪ ਜੀ ਨਾਲ ਸਾਂਝੀ ਕੀਤੀ ਹੈ। ਬੇਅੰਤ ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।